ਜੀ। ਤਾਂ ਰਿਕਾਰਡਿੰਗ ਔਨ ਕਰਨ ਤੋਂ ਬਾਅਦ ਆਪਾਂ ਸਿੱਧਾ ਵੈਬ ਬਰਾਊਜ਼ਰ ਦੇ ਉੱਤੇ ਪਹੁੰਚਦੇ ਹਾਂ। ਵੈਬ ਬਰਾਊਜ਼ਰ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿ ਮੈਂ ਇੱਥੇ ਗੂਗਲ ਸਰਚ ਇੰਜਣ ਖੋਲ੍ਹਿਆ ਹੋਇਆ। ਸਭ ਨੂੰ ਇਹ ਨਜ਼ਰ ਆ ਰਿਹਾ ਨਾ? ਰੋਲ ਨੰਬਰ 5 ਗੁਰਪ੍ਰਤਾਪ ਨਜ਼ਰ ਆ ਰਿਹਾ? ਗੁਰਪ੍ਰਤਾਪ ਰੋਲ ਨੰਬਰ 5 ਗੂਗਲ ਸਰਚ ਇੰਜਣ ਨਜ਼ਰ ਆ ਰਿਹਾ? ਰੋਲ ਨੰਬਰ 6 ਜਗਮੋਹਨ ਜੀ, ਸਕਰੀਨ ਦੇ ਉੱਤੇ ਤੁਹਾਨੂੰ ਇਸ ਟਾਈਮ ਕੀ ਨਜ਼ਰ ਆ ਰਿਹਾ? ਜਗਮੋਹਨ ਜਟਾਣਾ ਜੀ। ਰੋਲ ਨੰਬਰ 29 ਅਮਨ। ਹਾਂਜੀ ਸਰ। ਮੈਂ ਸਕਰੀਨ ਚੇਂਜ ਕਰਨ ਲੱਗਿਆ ਕਿ ਗੂਗਲ ਦਾ ਸਰਚ ਇੰਜਨ ਨਜ਼ਰ ਆ ਰਿਹਾ? ਹਾਂਜੀ ਹਾਂਜੀ ਸਰ ਜੀ। ਸੋ ਗੂਗਲ ਦੇ ਸਰਚ ਇੰਜਨ ਨੂੰ ਯੂਜ਼ ਕਰਕੇ ਅਸੀਂ ਪੰਜਾਬੀ ਦੇ ਉਹਨਾਂ ਸੌਫਟਵੇਅਰਸ ਦੀ ਗੱਲ ਕਰਨੀ ਹੈ, ਉਹਨਾਂ ਵੈਬਸਾਈਟ ਦੇ ਬਾਰੇ ਪੜ੍ਹਨਾ ਹੈ ਜਿਹੜੀਆਂ ਪੰਜਾਬੀ ਲੈਂਗੁਏਜ ਦੇ ਲਈ ਬਣੀਆਂ ਨੇ। ਤੁਸੀਂ ਕਾਪੀ ਪੈਨ ਕੋਲ ਰੱਖਣਾ ਹੈ ਔਰ ਵੈਬਸਾਈਟ ਦਾ ਨਾਮ ਵੀ ਨੋਟ ਕਰਦੇ ਜਾਣਾ ਹੈ। ਲੋ, ਪਹਿਲੀ ਵੈਬਸਾਈਟ ਅਸੀਂ ਔਨਲਾਈਨ ਕੋਚ ਯਾਨੀ ਕਿ ਔਨਲਾਈਨ ਡਿਕਸ਼ਨਰੀ ਵਾਸਤੇ ਪਹਿਲੀ ਵੈਬਸਾਈਟ ਅਸੀਂ ਲੱਭਣੀ ਹੈ ਔਨਲਾਈਨ ਕੋਚ ਦੇ ਲਈ। ਉਹਦੇ ਲਈ ਤੁਸੀਂ ਪੰਜਾਬੀ ਯੂਨੀਵਰਸਿਟੀ ਦੀ ਵੈਬਸਾਈਟ ਦੇ ਉੱਤੇ ਚਲਾ ਜਾਣਾ ਸਿੱਧਾ ਹੀ। ਪੰਜਾਬੀ ਯੂਨੀਵਰਸਿਟੀ ਦੀ ਵੈਬਸਾਈਟ ਦਾ ਨਾਮ ਤੁਸੀਂ ਸਿੱਧਾ ਉੱਤੇ ਬਰਾਊਜ਼ਰ ਦੇ ਐਡਰੈਸ ਬਾਰ ਦੇ ਵਿੱਚ ਵੀ ਟਾਈਪ ਕਰ ਸਕਦੇ ਹੋ, ਪੰਜਾਬੀ university.ac.in। ਸੋ ਇਹ ਪੰਜਾਬੀ ਯੂਨੀਵਰਸਿਟੀ ਦੀ ਵੈਬਸਾਈਟ ਹੈ। ਕਲਿੱਕ ਕੀਤਾ ਤਾਂ ਵੈਬਸਾਈਟ ਪੂਰੀ ਸਾਡੇ ਕੋਲ ਖੁੱਲ੍ਹ ਰਹੀ ਹੈ। ਇਸ ਤੋਂ ਬਾਅਦ ਸਾਡੇ ਕੋਲ ਇੱਥੇ ਸੈਂਟਰਲਾਈਜ਼ਡ ਫੈਸਿਲਿਟੀਜ਼ ਯਾਨੀ ਕਿ ਕੇਂਦਰੀ ਸਹੂਲਤਾਂ ਲਿਖਿਆ ਹੋਇਆ। ਇੱਥੇ ਜਾ ਕੇ ਸਾਡੇ ਕੋਲ ਇੱਕ ਲਿੰਕ ਆਏਗਾ ਪੰਜਾਬੀ ਵਿਕਾਸ ਅਤੇ ਸਿੱਖ ਅਧਿਐਨ ਤੋਂ। ਨੋਟ ਕਰ ਲੈਣਾ ਪੰਜਾਬੀ university.ac.in ਦੇ ਉੱਤੇ ਗਏ। ਫਿਰ ਅਸੀਂ ਕੇਂਦਰੀ ਸਹੂਲਤਾਂ ਜਿਹੜਾ ਕਿ ਉੱਪਰਲੇ ਪਾਸੇ ਲਿੰਕ ਨਜ਼ਰ ਆਏਗਾ, ਫਿਰ ਪੰਜਾਬੀ ਵਿਕਾਸ ਦੇ ਉੱਤੇ ਗਏ। ਕਲਿੱਕ ਜਦੋਂ ਕਰਾਂਗੇ ਤਾਂ ਇੱਥੇ ਸਾਨੂੰ ਅੰਗਰੇਜ਼ੀ ਪੰਜਾਬੀ ਕੋਰਸ ਜਿਹੜਾ ਹੈ ਉਹ ਨਜ਼ਰ ਆਏਗਾ। ਉਹਦੇ ਉੱਤੇ ਕਲਿੱਕ ਕਰਕੇ ਇਸ ਵੈਬਸਾਈਟ ਦੇ ਉੱਤੇ ਚਲਾ ਜਾਣਾ ਜਿਹੜੀ ਕਿ ਅੰਗਰੇਜ਼ੀ ਪੰਜਾਬੀ ਡਿਕਸ਼ਨਰੀ ਹੈ। ਤੁਸੀਂ ਇਹਦਾ ਸਿੱਧਾ ਲਿੰਕ ਵੀ ਜਿਹੜਾ ਹੈ ਕਾਪੀ ਕਰ ਸਕਦੇ ਹੋ, ਸਿੱਧਾ ਲਿੰਕ ਵੀ ਯਾਦ ਰੱਖ ਸਕਦੇ ਹੋ ਜਿਹਦਾ ਨਾਮ ਹੈ pupdepartments.ac.in। ਇਹ ਡਾਇਰੈਕਟ ਲਿੰਕ ਹੈ। ਚੰਗਾ ਤਾਂ ਇਹੀ ਹੈ ਕਿ ਡਾਇਰੈਕਟ ਲਿੰਕ ਆਪਣਾ ਯਾਦ ਰੱਖੋ। ਜੇ ਪੇਪਰ ਦੇ ਵਿੱਚ ਆ ਜਾਂਦਾ ਹੈ ਕਿ ਪੰਜਾਬੀ ਯੂਨੀਵਰਸਿਟੀ ਦੀ ਇੰਗਲਿਸ਼ ਪੰਜਾਬੀ ਡਿਕਸ਼ਨਰੀ ਕਿਸ ਵੈਬਸਾਈਟ ਤੋਂ ਮਿਲਦੀ ਹੈ ਤਾਂ ਤੁਸੀਂ ਉਸ ਵੈਬਸਾਈਟ ਦਾ ਨਾਮ ਯਾਦ ਰੱਖਣਾ pupdepartments.ac.in E2P। ਹੁਣ ਇਹਦੇ ਬਾਰੇ ਤੁਸੀਂ ਥਿਊਰੀ ਦੇ ਵਿੱਚ ਲਿਖਣਾ ਚਾਹੋ ਤਾਂ ਲਿਖੋਗੇ ਕਿ ਇਹ ਇੱਕ ਔਨਲਾਈਨ ਅੰਗਰੇਜ਼ੀ ਪੰਜਾਬੀ ਕੋਰਸ ਹੈ। ਠੀਕ ਹੈ ਜੀ। ਪੰਜਾਬੀ ਯੂਨੀਵਰਸਿਟੀ ਦੇ ਗੋਲਡਨ ਜੂਬਲੀ ਵਰ੍ਹੇ ਨੂੰ ਸਮਰਪਿਤ ਇਹ ਕੋਰਸ ਹੈ। ਉਸ ਸਮੇਂ ਬਣਾਇਆ ਗਿਆ ਸੀਗਾ। ਇਹ ਡਿਕਸ਼ਨਰੀ ਜਿਹੜੀ ਕਿ ਯੂਨੀਵਰਸਿਟੀ ਦੇ ਵਿੱਚ ਡਿਕਸ਼ਨਰੀਆਂ ਬਣਾਉਣ ਵਾਲਾ ਇੱਕ ਖਾਸ ਡਿਪਾਰਟਮੈਂਟ ਹੈ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਉਹਨਾਂ ਦਾ ਤਿਆਰ ਕੀਤਾ ਹੋਇਆ। ਇਹਦੀ ਵੈਬਸਾਈਟ ਦਾ ਜਿਹੜਾ ਰੂਪ ਦਿੱਤਾ ਸੀ, ਵੈਬਸਾਈਟ ਜਿਹੜੀ ਬਣਾਈ ਸੀ ਉਹਦੇ ਪ੍ਰਕਾਸ਼ਨ ਵੇਰਵੇ ਵਾਲੇ ਦੇ ਉੱਤੇ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਨੂੰ ਇਹ ਦਿਖਾ ਦੇਊਗਾ। ਫਿਲਹਾਲ ਪ੍ਰਕਾਸ਼ਨ ਵੇਰਵਾ ਵਾਲਾ ਲਿੰਕ ਮੇਰੇ ਕੋਲ ਇੱਥੇ ਸਹੀ ਨਜ਼ਰ ਨਹੀਂ ਆ ਰਿਹਾ। ਸੋ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਮੇਰੇ ਵੱਲੋਂ ਹੀ ਇਹਦਾ ਵੈਬ ਵਰਜ਼ਨ ਜਿਹੜਾ ਹੈ ਉਹ ਤਿਆਰ ਕੀਤਾ ਗਿਆ। ਪ੍ਰਕਾਸ਼ਨ ਵੇਰਵੇ ਦੇ ਉੱਤੇ ਕਲਿੱਕ ਕਰੋਗੇ ਤਾਂ ਇੱਥੇ ਤੁਹਾਨੂੰ ਲਿਖਿਆ ਹੋਇਆ ਜਿਹੜਾ ਹੈ ਉਹ ਮਿਲ ਜਾਊਗਾ, ਵੈਬਸਾਈਟ ਤਿਆਰ ਕਰਨ ਵਾਲੇ ਦਾ ਨਾਮ। ਸੋ ਬਾਕੀ ਸਾਰੇ ਲੋਕਾਂ ਦਾ ਵੀ ਇਹਦੇ ਵਿੱਚ ਜਿਹੜਾ ਹੈ ਜਿਨ੍ਹਾਂ ਦਾ ਯੋਗਦਾਨ ਹੈ ਉਹਨਾਂ ਦਾ ਨਾਮ ਲਿਖਿਆ। ਫਿਲਹਾਲ ਅਸੀਂ ਮੁੱਖ ਪੰਨੇ 'ਤੇ ਜਾ ਕੇ ਡਿਕਸ਼ਨਰੀ ਦੇ ਬਾਰੇ ਥੋੜ੍ਹਾ ਜਿਹਾ ਲਿਖਣਾ ਹੋਏਗਾ। ਜੇ 5 ਨੰਬਰ ਦਾ ਸਵਾਲ ਆ ਜਾਂਦਾ, 10 ਨੰਬਰ ਦਾ ਤਾਂ ਨਹੀਂ ਆਊਗਾ। ਜੇ ਅੰਗਰੇਜ਼ੀ ਪੰਜਾਬੀ ਕੋਰਸ ਬਾਰੇ ਉਹ ਪੁੱਛ ਲੈਂਦਾ ਤਾਂ ਤੁਸੀਂ ਲਿਖੋਗੇ ਕਿ ਅੰਗਰੇਜ਼ੀ ਤੋਂ ਪੰਜਾਬੀ ਦੇ ਵਿੱਚ ਅਨੁਵਾਦ ਕਰਨ ਦੇ ਲਈ ਜਾਂ ਅੰਗਰੇਜ਼ੀ ਸ਼ਬਦਾਂ ਨੂੰ ਪੰਜਾਬੀ ਦੇ ਵਿੱਚ ਉਹਨਾਂ ਦਾ ਮੀਨਿੰਗ ਵੇਖਣ ਵਾਸਤੇ ਡਿਕਸ਼ਨਰੀ ਬਣੀ ਹੈ। ਇਹਦੇ ਉੱਤੇ ਜਿਹੜਾ ਸਰਚ ਬਾਕਸ ਇਹਦੇ ਉੱਤੇ ਜਿਵੇਂ ਹੀ ਕਲਿੱਕ ਕਰਦੇ ਹੋ, ਕਲਿੱਕ ਕਰਨ ਤੋਂ ਬਾਅਦ ਤੁਸੀਂ ਜਿਵੇਂ ਹੀ ਟਾਈਪ ਕਰੋਗੇ ਥੱਲੇ ਸ਼ਬਦ
ਸੁਝਾਅ ਸੂਚੀ ਦੇ ਵਿੱਚ ਯਾਨੀ ਕਿ ਪ੍ਰੈਡਿਕਸ਼ਨ ਦੇ ਵਿੱਚ ਆ ਜਾਏਗਾ। ਤੁਸੀਂ ਇੱਥੇ ਕਲਿੱਕ ਕਰਕੇ ਚੂਜ਼ ਕਰ ਲੈਣਾ, ਫਿਰ ਕਲਿੱਕ ਕਰਨਾ ਅਰਥ ਵੇਖੋ। ਜਿਵੇਂ ਅਰਥ ਵੇਖੋ ਦੇ ਉੱਤੇ ਕਲਿੱਕ ਕਰੋਗੇ, ਹੇਠਲੇ ਪਾਸੇ ਤੁਹਾਡੇ ਕੋਲ ਉਚਾਰਨ ਆ ਗਿਆ ਕਿ ਇਹਨੂੰ ਤੁਸੀਂ ਕਹਿਣਾ ਕੀ ਹੈ। ਡੂਇੰਗ ਨੂੰ ਗੱਗੇ ਨਾਲ ਨਹੀਂ ਬੋਲਣਾ, ਡੂਇੰਗ ਗੰਗੇ ਦੇ ਨਾਲ ਬੋਲਣਾ, ਜਿਹੜਾ ਸਹੀ ਉਚਾਰਨ ਜਿਹੜਾ ਉਹ ਇਹਦਾ ਦੱਸ ਰਿਹਾ। ਔਰ ਇਹਦੇ ਅਰਥ ਸਾਡੇ ਕੋਲ ਆ ਰਹੇ ਨੇ ਕਿ ਡੂਇੰਗ ਜਿਹੜਾ ਹੈ ਉਹ ਕੀ ਹੈ। ਐਜ਼ ਏ ਨਾਊਨ ਇਹਦਾ ਜਿਹੜਾ ਅਰਥ ਹੈ ਉਹਦਾ ਮਤਲਬ ਹੈ ਕੰਮ, ਕਾਰਜ, ਧੰਦਾ। ਸੋ ਡਿਕਸ਼ਨਰੀ ਦੇ ਵਿੱਚ 40,000 ਸ਼ਬਦ ਜਿਹੜੇ ਨੇ ਉਹ ਦਰਜ ਨੇ ਔਰ ਅਲੱਗ-ਅਲੱਗ ਸ਼ਬਦਾਂ ਦੇ ਤੁਸੀਂ ਅਰਥ ਵੀ ਦੇਖ ਸਕਦੇ ਹੋ, ਉਹਨਾਂ ਦਾ ਉਚਾਰਨ ਵੀ ਦੇਖ ਸਕਦੇ ਹੋ, ਅਤੇ ਵਿਆਕਰਨਕ ਜਾਣਕਾਰੀ ਯਾਨੀ ਕਿ ਗ੍ਰਾਮੈਟੀਕਲ ਇਨਫੋਰਮੇਸ਼ਨ ਵੀ ਦੇਖ ਸਕਦੇ ਹੋ। ਫਿਲਹਾਲ ਹੋਰ ਜਾਣਕਾਰੀ ਤੁਸੀਂ ਉਚਾਰਨ ਕੁੰਜੀ, ਭੂਮਿਕਾ, ਸੰਖੇਪ ਚਿੰਨ੍ਹ ਤੋਂ ਲੈ ਸਕਦੇ ਹੋ, ਕੋਈ ਵੀ ਵਿਦਿਆਰਥੀ ਲੈਣਾ ਚਾਹਵੇ ਤਾਂ। ਸੋ ਇਹ ਸੀਗਾ ਸਾਡੇ ਕੋਲ ਅੱਜ ਦੇ ਇਸ ਲੈਕਚਰ ਦੇ ਵਿੱਚ ਪਹਿਲਾ ਜਿਹੜਾ ਸੌਫਟਵੇਅਰ, ਜਿਹੜਾ ਕਿ ਪੰਜਾਬੀ ਦਾ ਸੌਫਟਵੇਅਰ ਹੈ, ਪੰਜਾਬੀ ਦੀ ਵੈਬਸਾਈਟ ਹੈ ਜਿਹੜੀ ਕਿ ਅਵੇਲੇਬਲ ਹੈ ਪੰਜਾਬੀ ਯੂਨੀਵਰਸਿਟੀ ਦੀ ਵੈਬਸਾਈਟ ਦੇ ਉੱਤੇ। ਦੂਸਰਾ ਸਾਡੇ ਕੋਲ ਟੌਪਿਕ ਹੈ ਵਿਸ਼ਵਕੋਸ਼, ਪੰਜਾਬੀ ਪੀਡੀਆ ਅਤੇ ਵਿਕੀਪੀਡੀਆ। ਵਿਸ਼ਵਕੋਸ਼ ਕੀ ਹੁੰਦਾ ਹੈ, ਪਹਿਲਾਂ ਤਾਂ ਸਾਨੂੰ ਉਸ ਦੇ ਬਾਰੇ ਪਤਾ ਹੋਣਾ ਚਾਹੀਦਾ। ਵਿਸ਼ਵਕੋਸ਼ ਇੱਕ ਐਸਾ ਵੱਡਾ ਕੋਸ਼ ਹੁੰਦਾ ਜਿਹਦੇ ਵਿੱਚ ਕਿਸੇ ਖਾਸ ਵਿਸ਼ੇ ਨਾਲ ਸੰਬੰਧਿਤ ਸਾਰੇ ਸ਼ਬਦ ਮੌਜੂਦ ਹੋਣ। ਕੋਈ ਵੀ ਤੁਸੀਂ ਦੁਨੀਆ ਦਾ ਸ਼ਬਦ ਲੈ ਲਓ ਅਤੇ ਉਹਦਾ ਅਰਥ ਦੇਖਣਾ ਚਾਹੋ ਤਾਂ ਉੱਥੇ ਤੁਹਾਡੀ ਮਦਦ ਕਰਦਾ ਹੈ ਵਿਸ਼ਵਕੋਸ਼, ਜਿਹਨੂੰ ਅਸੀਂ ਇਨਸਾਈਕਲੋਪੀਡੀਆ ਕਹਿੰਦੇ ਹਾਂ, ਉਹ ਸਾਡੀ ਮਦਦ ਕਰਦਾ ਹੈ। ਸੋ ਉਹਦੇ ਸੰਬੰਧ ਵਿੱਚ ਜਿਹੜੇ ਔਨਲਾਈਨ ਇਨਸਾਈਕਲੋਪੀਡੀਆ ਬਣੇ ਨੇ ਉਹਦੇ ਵਿੱਚ ਸਭ ਤੋਂ ਪਹਿਲਾ ਨਾਮ ਸਾਡੇ ਕੋਲ ਵਿਕੀਪੀਡੀਆ ਦਾ ਹੈ। ਸੋ ਵਿਕੀਪੀਡੀਆ ਬਾਰੇ ਤੁਸੀਂ ਸਾਰੇ ਜਾਣਦੇ ਹੋ, ਇੱਕ ਆਜ਼ਾਦ ਮੰਚ ਹੈ ਜਿਹਦੇ ਵਿੱਚ ਕੋਈ ਵੀ ਵਿਅਕਤੀ ਰਜਿਸਟਰਡ ਹੋ ਕੇ ਆਪਣੀ ਐਂਟਰੀ ਕਰ ਸਕਦਾ ਹੈ, ਕੋਈ ਵੀ ਸ਼ਬਦ ਦੇ ਬਾਰੇ ਲਿਖ ਸਕਦਾ ਹੈ, ਕਿਸੇ ਵਿਸ਼ੇ ਦੇ ਉੱਤੇ ਆਰਟੀਕਲ ਆਪਣਾ ਪਾ ਸਕਦਾ ਹੈ। ਕੋਈ ਆਰਟੀਕਲ ਕਿਸੇ ਵਿਅਕਤੀ ਨੇ ਲਿਖਿਆ ਹੈ ਉਹਨੂੰ ਐਡਿਟ ਕਰ ਸਕਦਾ ਹੈ, ਉਹਦੇ 'ਚ ਕਾਂਟ ਛਾਂਟ ਕਰ ਸਕਦਾ ਹੈ। ਪਰ ਇਹਦੇ ਉੱਤੇ ਇੱਕ ਵਿਕੀਪੀਡੀਆ ਦੀ ਇੱਕ ਪੂਰੀ ਟੀਮ ਬੈਠੀ ਹੁੰਦੀ ਹੈ ਜਿਹੜੀ ਕਿ ਉਹਨਾਂ ਐਂਟਰੀਜ਼ ਨੂੰ ਦੇਖਦੀ ਰਹਿੰਦੀ ਹੈ, ਚੈੱਕ ਕਰਦੀ ਰਹਿੰਦੀ ਹੈ। ਜਦੋਂ ਵੀ ਕੋਈ ਐਂਟਰੀ ਉਹਨਾਂ ਦੇ ਧਿਆਨ 'ਚ ਆਉਂਦੀ ਹੈ ਕਿ ਗਲਤ ਪਾਈ ਹੈ ਕਿਸੇ ਨੇ ਜਾਣ ਬੁੱਝ ਕੇ, ਜਾਂ ਕੋਈ ਕਿਤੋਂ ਸ਼ਿਕਾਇਤ ਆਉਂਦੀ ਹੈ ਤਾਂ ਉਹਨਾਂ ਐਂਟਰੀਜ਼ ਨੂੰ ਉਹ ਫਰੀਜ਼ ਕਰਦੀ ਹੈ ਜਾਂ ਉਹਨਾਂ ਐਂਟਰੀਜ਼ ਨੂੰ ਉਹ ਠੀਕ ਕਰਦੀ ਹੈ। ਸੋ ਇਸ ਲਿਹਾਜ਼ ਦੇ ਨਾਲ ਤਾਂ ਇਹ ਬਹੁਤ ਵੱਡੀ ਚੀਜ਼ ਹੈ ਕਿ ਪੂਰੀ ਦੁਨੀਆ ਦੇ ਕੋਈ ਵੀ ਸ਼ਬਦ ਨੂੰ ਤੁਸੀਂ ਲੱਭਣਾ ਹੋਵੇ ਵਿਕੀਪੀਡੀਆ ਦੇ ਵਿੱਚ ਤੁਹਾਨੂੰ ਲੱਭ ਜਾਏਗਾ। ਤੁਸੀਂ ਜਦੋਂ ਵੀ ਗੂਗਲ ਦੇ ਉੱਤੇ ਜਾਂਦੇ ਹੋ, ਕਿਸੇ ਵੀ ਸ਼ਬਦ ਦੀ ਜਦੋਂ ਤੁਸੀਂ ਖੋਜ ਕਰਦੇ ਹੋ ਇੱਥੇ ਗੂਗਲ ਸਰਚ ਇੰਜਣ ਦੇ ਵਿੱਚ, ਤਾਂ ਵਿਕੀਪੀਡੀਆ ਦਾ ਨਾਮ ਪਹਿਲੀਆਂ ਦੂਜੀਆਂ 2-3 ਵੈਬਸਾਈਟਾਂ ਦੇ ਵਿੱਚ ਆ ਹੀ ਜਾਂਦਾ ਹੈ। ਮੰਨ ਲਓ ਮੈਂ ਪੰਜਾਬੀ ਭਾਸ਼ਾ ਦੇ ਉੱਤੇ ਸਰਚ ਕੀਤੀ ਤਾਂ ਦੇਖੋ ਪਹਿਲੇ ਨੰਬਰ 'ਤੇ ਹੀ ਆ ਗਿਆ ਪੰਜਾਬੀ wikipedia.org, ਕਿਉਂਕਿ ਇਸ ਵੈਬਸਾਈਟ ਜਿਹੜੀ ਕਿ ਵਿਕੀਪੀਡੀਆ ਹੈ ਇਹਦੀ ਵਰਤੋਂ ਬਹੁਤ ਲੋਕ ਕਰਦੇ ਨੇ। ਔਰ ਦੂਜਾ ਨੰਬਰ ਇਹ ਹੈ ਕਿ ਇਹਦੇ ਉੱਤੇ ਸ਼ਬਦਾਂ ਦੀ, ਡਾਟੇ ਦੀ ਤਾਦਾਦ ਬਹੁਤ ਵੱਡੀ ਹੈ। ਸੋ ਇਹ ਦੋ ਕਾਰਨ ਨੇ ਜਿਹੜੇ ਇਹਨੂੰ ਟੌਪ ਦੇ ਉੱਤੇ ਲੈ ਕੇ ਆਉਂਦੇ ਨੇ, ਰੈਂਕਿੰਗ ਦੇ ਵਿੱਚ ਲੈ ਕੇ ਆਉਂਦੇ ਨੇ। ਸੋ ਜਿਹੜਾ ਵਿਕੀਪੀਡੀਆ ਹੈ ਉਹ ਇਸ ਪੱਖੋਂ ਤਾਂ ਬਹੁਤ ਵੱਡੀ ਚੀਜ਼ ਹੈ ਕਿ ਸਾਨੂੰ ਇਸ ਨੇ ਬਹੁਤ ਵੱਡਾ ਇੱਕ ਮਸੌਦਾ ਦਿੱਤਾ ਹੈ, ਬਹੁਤ ਵੱਡਾ ਇੱਕ ਸਰੋਤ ਦਿੱਤਾ ਹੈ ਕਿ ਦੁਨੀਆ ਦੇ ਹਰੇਕ ਸ਼ਬਦ ਦੇ ਬਾਰੇ ਕੁਛ ਨਾ ਕੁਛ ਜਾਣਕਾਰੀ ਇਹ ਸਾਨੂੰ ਦਿੰਦਾ ਹੈ। ਅੰਗਰੇਜ਼ੀ ਦੇ ਵਿੱਚ ਤਾਂ ਹਰ ਚੀਜ਼ ਬਾਰੇ ਜਾਣਕਾਰੀ ਇਹਦੇ 'ਚ ਪਈ ਹੈ, ਪੰਜਾਬੀ ਦੇ ਵਿੱਚ ਵੀ ਬਹੁਤ ਕੁਛ ਇਹਦੇ ਉੱਤੇ ਚੜ੍ਹਾਇਆ ਜਾ ਚੁੱਕਿਆ ਪਰ ਅਜੇ ਵੀ ਕਾਫੀ ਥੋੜ੍ਹਾ ਹੈ। ਪਰ ਜਿਹੜੀ ਸਭ ਤੋਂ ਵੱਡਾ ਇਹਦੇ ਉੱਤੇ ਸਵਾਲੀਆ ਚਿੰਨ੍ਹ ਲੱਗਦਾ ਹੈ ਵਿਕੀਪੀਡੀਆ ਦੇ ਉੱਤੇ, ਉਹ ਇਹ ਹੈ ਕਿ ਇਹਨੂੰ ਅਸੀਂ ਸੱਚ ਨਹੀਂ ਮੰਨ ਸਕਦੇ। ਇਹ ਜਿਹੜਾ ਵਿਕੀਪੀਡੀਆ ਦੇ ਉੱਤੇ ਜਿਹੜੀਆਂ ਐਂਟਰੀਜ਼ ਨੇ ਉਹ ਪ੍ਰਵਾਨਿਤ ਨਹੀਂ ਹੋ ਸਕਦੀਆਂ, ਇਹਨਾਂ ਨੂੰ ਅਸੀਂ ਕਿਸੇ ਰੈਫਰੈਂਸ ਵਜੋਂ ਨਹੀਂ ਲੈ ਸਕਦੇ। ਕਈ ਵਿਦਵਾਨ ਕਹਿੰਦੇ ਨੇ ਕਿ ਇਹਨਾਂ ਨੂੰ ਰੈਫਰੈਂਸ ਵਜੋਂ ਲਿਆ ਵੀ ਜਾ ਸਕਦਾ, ਪਰ ਕਿਉਂਕਿ ਇਹਦੇ ਉੱਤੇ ਕਿਸੇ ਟਾਈਮ ਵੀ ਕਿਸੇ ਐਂਟਰੀ ਦੇ ਵਿੱਚ ਕੋਈ ਵਾਧ ਘਾਟ ਹੋ ਸਕਦੀ ਹੈ, ਜਾਣਬੁੱਝ ਕੇ ਵੀ ਕਈ ਲੋਕ ਇਹਦੇ ਉੱਤੇ ਗਲਤੀਆਂ ਕਰ ਲੈਂਦੇ ਨੇ। ਸੋ ਉਸ ਕਰਕੇ ਵਿਕੀਪੀਡੀਆ ਇਕੱਲੇ ਦੇ ਉੱਤੇ ਜਿਹੜੀ ਗੱਲ ਲਿਖੀ ਹੋਈ ਹੈ ਉਹਨੂੰ ਸੱਚ ਨਹੀਂ ਮੰਨਣਾ ਚਾਹੀਦਾ। ਸਾਨੂੰ ਕ੍ਰੋਸ ਹੋਰ ਵੀ ਕਈ ਥਾਵਾਂ ਦੇ ਉੱਤੋਂ ਜਿਹੜੀਆਂ ਚੀਜ਼ਾਂ ਲੱਭ ਕੇ ਯਾਨੀ ਕਿ ਆਦੀ ਤਸੱਲੀ ਕਰ ਲੈਣੀ ਚਾਹੀਦੀ ਹੈ, ਫਿਰ ਹੀ ਉਸ ਚੀਜ਼ ਨੂੰ ਨੋਟ ਕਰਨਾ ਚਾਹੀਦਾ ਹੈ। ਫਾਰ ਐਗਜ਼ਾਮਪਲ ਪੰਜਾਬੀ ਭਾਸ਼ਾ ਵਿਕੀਪੀਡੀਆ ਦੇ ਉੱਤੋਂ ਪੰਜਾਬੀ ਭਾਸ਼ਾ ਵਾਲਾ ਇੰਦਰਾਜ ਮੈਂ ਲੱਭ ਰਿਹਾ, ਕਲਿੱਕ ਕੀਤਾ ਤਾਂ ਵਿਕੀਪੀਡੀਆ ਜਦੋਂ ਖੁੱਲ੍ਹ ਰਿਹਾ ਇੱਥੇ ਸਾਰਾ ਡਾਟਾ ਦਿੱਤਾ ਹੋਇਆ, ਸੱਜੇ ਹੱਥ ਤਾਂ ਪੂਰਾ ਸੰਖੇਪ ਦੇ ਵਿੱਚ ਡਾਟਾ ਹੋਏਗਾ। ਦੇਖੋ ਇਸ ਚੀਜ਼ ਬਾਰੇ ਜਿਹੜਾ ਡਾਟਾ ਦਿੱਤਾ ਹੋਇਆ ਇਹ ਬਹੁਤ ਹੱਦ ਤੱਕ ਠੀਕ ਹੁੰਦਾ ਹੈ, ਪਰ ਕਈ ਲੋਕ ਜਾਣ ਬੁੱਝ ਕੇ ਕੋਈ ਗੜਬੜ ਕਰ ਦਿੰਦੇ ਨੇ। ਸੋ ਉਸ ਥਾਂ ਦੇ ਉੱਤੇ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਬੜੀ ਕੋਈ ਸੈਂਸਿਟਿਵ ਇਨਫੋਰਮੇਸ਼ਨ ਹੈ, ਉਹਨੂੰ ਦੂਜੇ ਸਰੋਤਾਂ ਦੇ ਉੱਤੇ ਜਾ ਕੇ ਉਹਨੂੰ ਚੈੱਕ ਕਰ ਲਓ ਕਿ ਵਾਕਿਆ ਹੀ ਇਹ ਡਾਟਾ
ਸਹੀ ਹੈ। ਸੋ ਇਹ ਪਹਿਲਾ ਇਨਸਾਈਕਲੋਪੀਡੀਆ ਸੀ ਜਿਹਦਾ ਨਾਮ ਹੈ ਵਿਕੀਪੀਡੀਆ, ਜਿਹਦੀ ਇੱਕ ਸਮੱਸਿਆ ਇਹ ਹੈ ਕਿ ਇਹਦਾ ਜਿਹੜਾ ਡਾਟਾ ਹੈ ਉਹਨੂੰ ਅਸੀਂ ਮਿਆਰੀ ਜਾਂ ਮੰਨਣਯੋਗ ਨਹੀਂ ਕਹਿ ਸਕਦੇ। ਹਰ ਵਾਰ ਮੰਨਣਯੋਗ ਨਹੀਂ ਹੁੰਦਾ, ਕਿਤੇ ਨਾ ਕਿਤੇ ਕਦੇ ਨਾ ਕਦੇ ਇਹਦੇ ਵਿੱਚ ਕੋਈ ਗਲਤ ਜਾਣਕਾਰੀਆਂ ਵੀ ਮਿਲਦੀਆਂ ਨੇ। ਮੇਰੇ ਸਾਹਮਣੇ ਵੀ ਕਈ ਜਾਣਕਾਰੀਆਂ ਕਈ ਵਾਰੀ ਮਿਲੀਆਂ ਨੇ ਜਿਹੜੀਆਂ ਮੈਂ ਵਿਕੀਪੀਡੀਆ ਦੀ ਟੀਮ ਦੇ ਨਾਲ ਸ਼ੇਅਰ ਕੀਤੀਆਂ ਅਤੇ ਉਹਨਾਂ ਨੂੰ ਠੀਕ ਕਰਵਾਇਆ। ਇਸ ਵਿਕੀਪੀਡੀਆ ਵਰਗਾ ਇੱਕ ਜਿਹੜਾ ਇਨਸਾਈਕਲੋਪੀਡੀਆ ਪਿਛਲੇ ਵਾਈਸ ਚਾਂਸਲਰ ਯੂਨੀਵਰਸਿਟੀ ਦੇ ਜਿਹੜੇ ਕਿ ਡਾਕਟਰ ਜਸਪਾਲ ਸਿੰਘ ਸੀਗੇ, ਉਹਨਾਂ ਨੇ ਉਹਨਾਂ ਦਾ ਇੱਕ ਡਰੀਮ ਪ੍ਰੋਜੈਕਟ ਸੀ ਕਿ ਅਸੀਂ ਯੂਨੀਵਰਸਿਟੀ ਖੁਦ ਕੋਈ ਇੱਕ ਐਸਾ ਪੀਡੀਆ ਬਣਾਈਏ ਜਿਹੜਾ ਪੰਜਾਬੀ ਦਾ ਹੋਵੇ ਅਤੇ ਜਿਹਦੇ ਉੱਤੇ ਲੋਕ ਵਿਸ਼ਵਾਸ ਕਰ ਸਕਣ, ਜਿਹਦੇ ਉੱਤੇ ਰਿਸਰਚਰ ਜਾਂ ਵਿਦਿਆਰਥੀ ਜਾਂ ਖੋਜਾਰਥੀ ਵਿਸ਼ਵਾਸ ਕਰ ਸਕਣ। ਸੋ ਉਹਨਾਂ ਨੇ ਜਿਹੜਾ ਪੀਡੀਆ ਯੂਨੀਵਰਸਿਟੀ ਨੇ ਉਹਨਾਂ ਦੀ ਅਗਵਾਈ ਦੇ ਹੇਠ ਬਣਾਇਆ, ਉਹਦਾ ਨਾਮ ਹੈ ਪੰਜਾਬੀ ਪੀਡੀਆ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਵਿਕੀਪੀਡੀਆ ਦੇ ਮੁਕਾਬਲੇ ਜਿਹੜਾ ਪੰਜਾਬੀ ਪੀਡੀਆ ਹੈ ਪੰਜਾਬੀ ਯੂਨੀਵਰਸਿਟੀ ਦਾ, ਉਹਦੇ ਵਿੱਚ ਐਂਟਰੀਜ਼ ਦੀ ਗਿਣਤੀ ਬਹੁਤ ਘੱਟ ਹੈ, ਪਰ ਇਹਦੇ ਵਿੱਚ ਜਿੰਨੀਆਂ ਵੀ ਐਂਟਰੀਜ਼ ਨੇ ਉਹਨਾਂ ਨੂੰ ਤੁਸੀਂ ਸਰਚ ਕਰ ਸਕਦੇ ਹੋ ਅਤੇ ਉਹਨਾਂ ਦੇ ਉੱਤੇ ਸਿੱਧਾ ਹੀ ਵਿਸ਼ਵਾਸ ਕਰ ਸਕਦੇ ਹੋ। ਇਕੱਲਾ ਵਿਸ਼ਵਾਸ ਹੀ ਨਹੀਂ, ਤੁਸੀਂ ਉਹਨਾਂ ਐਂਟਰੀਜ਼ ਨੂੰ ਆਪਣੇ ਰੈਫਰੈਂਸ ਦੇ ਵਿੱਚ, ਹਵਾਲੇ ਦੇ ਵਿੱਚ ਵੀ ਲੈ ਸਕਦੇ ਹੋ। ਸੋ ਆਪਾਂ ਚੱਲਦੇ ਹਾਂ ਪੰਜਾਬੀ ਪੀਡੀਆ ਦੀ ਵੈਬਸਾਈਟ ਦੇ ਉੱਤੇ। ਪੰਜਾਬੀ ਪੀਡੀਆ ਦੇ ਲਈ ਸਾਡੇ ਕੋਲ ਵੈਬਸਾਈਟ ਹੈ, ਜਿਸ ਤਰ੍ਹਾਂ ਵਿਕੀਪੀਡੀਆ ਦੀ ਬਿਲਕੁਲ ਸਿੰਪਲ ਵੈਬਸਾਈਟ ਹੈ wikipedia.org, ਜਿਵੇਂ ਆ ਥੱਲੇ ਇੱਥੇ ਲਿਖਿਆ ਹੋਇਆ। ਪਰ ਜੇ ਪੰਜਾਬੀ ਦੇ ਵਿੱਚ ਕੋਈ ਇੰਦਰਾਜ ਤੁਸੀਂ ਵੇਖਣਾ ਹੋਏਗਾ ਤਾਂ ਉਹ ਤੁਹਾਨੂੰ pa.wikipedia.org ਦੇ ਉੱਤੇ ਲੈ ਜਾਏਗਾ ਆਪਣੇ ਆਪ ਹੀ। ਜੇ ਹਿੰਦੀ ਦੀ ਕੋਈ ਐਂਟਰੀ ਤੁਸੀਂ ਇੱਥੇ ਮੰਗਲ ਫੌਂਟ ਦੇ ਵਿੱਚ ਟਾਈਪ ਕਰਕੇ ਐਂਟਰੀ ਲੱਭਣਾ ਚਾਹੋਗੇ ਤਾਂ ਉਹ ਆਪਣੇ ਆਪ ਹੀ ਹਿੰਦੀ ਵਾਲੇ ਵਿਕੀਪੀਡੀਆ ਵਿੱਚ ਲੈ ਜਾਏਗਾ। ਸੋ ਉਹਦੇ ਅੱਗੇ ਸਬ ਡੋਮੇਨ ਨੇ। ਤੋ ਇਹ ਵਿਕੀਪੀਡੀਆ ਵੈਬਸਾਈਟ ਦਾ ਨਾਮ ਯਾਦ ਰੱਖਣਾ। ਇਸੇ ਤਰ੍ਹਾਂ ਪੰਜਾਬੀ ਪੀਡੀਆ ਦੇ ਲਈ ਸਾਡੇ ਕੋਲ ਵੈਬਸਾਈਟ ਹੈ ਪੰਜਾਬੀpedia.org। ਵੈਬਸਾਈਟ ਦਾ ਨਾਮ ਚੇਤੇ ਰੱਖਣਾ ਹੈ ਪੰਜਾਬੀpedia.org। ਸੋ ਬਹੁਤ ਹੀ ਖੂਬਸੂਰਤ ਸਕਰੀਨ ਦੇ ਵਿੱਚ ਤੁਹਾਨੂੰ ਇਹ ਵੈਬਸਾਈਟ ਮਿਲੇਗੀ ਔਰ ਇਸ ਵੈਬਸਾਈਟ ਜਿਹੜੀ ਹੈ ਉਹ ਡਾਕਟਰ ਜਸਪਾਲ ਸਿੰਘ ਜਿਹੜੇ ਸਾਬਕਾ ਵਾਈਸ ਚਾਂਸਲਰ ਨੇ ਉਹਨਾਂ ਦੇ ਡਰੀਮ ਪ੍ਰੋਜੈਕਟ ਸੀ ਔਰ ਇਹਦੀ ਸਥਾਪਤੀ ਦੇ ਲਈ ਮੈਨੂੰ ਸੇਵਾ ਦਾ ਮੌਕਾ ਦਿੱਤਾ ਸੀ ਵਾਈਸ ਚਾਂਸਲਰ ਸਾਹਿਬ ਨੇ। ਉਸ ਤੋਂ ਬਾਅਦ ਹੋਰਨਾਂ ਮਿੱਤਰਾਂ ਨੂੰ ਨਾਲ ਜੋੜ ਕੇ ਇਹਦਾ ਜਿਹੜਾ ਵਿਸਥਾਰ ਕੀਤਾ ਔਰ 4 ਲੱਖ ਤੋਂ ਉੱਤੇ ਇੰਦਰਾਜ 4 ਲੱਖ ਤੋਂ ਉੱਤੇ ਐਂਟਰੀਜ਼ ਜਿਹੜੀਆਂ ਨੇ ਇਹਦੇ ਉੱਤੇ ਉਪਲਬਧ ਨੇ, ਯਾਨੀ ਕਿ 4 ਲੱਖ ਤੋਂ ਵੱਧ ਸ਼ਬਦ ਅਤੇ ਉਹਨਾਂ ਦੀ ਸਮੀਖਿਆ, ਉਹਨਾਂ ਦੀ ਵਿਆਖਿਆ ਇਹਨਾਂ ਦੇ ਉੱਤੇ ਦਰਜ ਹੈ। ਇਹਦੇ ਚਲਾਉਣ ਵਾਲੀ ਇੱਕ ਕਮੇਟੀ ਹੈ, ਐਡੀਟੋਰੀਅਲ ਬੋਰਡ ਹੈ, ਉਹ ਪੂਰੀ ਚੈੱਕ ਕਰਕੇ ਇਹਦੇ ਵਿੱਚ ਇੱਕ ਇੱਕ ਇੰਦਰਾਜ ਪਾਉਂਦਾ ਹੈ। ਇਸ ਕਰਕੇ ਵਿਕੀਪੀਡੀਆ ਦੀ ਬਜਾਏ ਪੰਜਾਬੀ ਪੀਡੀਆ ਦੇ ਉੱਤੇ ਅਸੀਂ ਵਿਸ਼ਵਾਸ ਕਰ ਸਕਦੇ ਹਾਂ, ਪਰ ਅਜੇ ਇਹਦਾ ਆਕਾਰ ਬਹੁਤ ਛੋਟਾ ਹੈ, ਅਜੇ ਇਹਨੂੰ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਕੰਮ ਕਰਨ ਦੀ ਲੋੜ ਹੈ। ਸੋ ਪੰਜਾਬੀ ਪੀਡੀਆ ਦੇ ਪਹਿਲੇ ਪੇਜ ਦੇ ਉੱਤੇ ਤੁਹਾਨੂੰ ਇਸ ਤਰ੍ਹਾਂ ਦਾ ਸਕਰੀਨ ਜਿਹੜੀ ਹੈ ਉਹ ਨਜ਼ਰ ਆਏਗੀ ਔਰ ਇੱਥੇ ਤੁਸੀਂ ਟਾਈਪ ਕਰਕੇ ਜਿਹੜੇ ਵੀ ਵਿਸ਼ੇ ਦੇ ਉੱਤੇ ਜਾਣਕਾਰੀ ਲੱਭਣੀ ਹੈ ਉਹ ਲੱਭ ਸਕਦੇ ਹੋ। ਤੁਸੀਂ ਆਪਣਾ ਕੀਬੋਰਡ ਵਰਤ ਸਕਦੇ ਹੋ ਥੱਲੋਂ ਲੈਂਗੁਏਜ ਬਾਰ ਦੇ ਉੱਤੋਂ, ਜਾਂ ਕੀਬੋਰਡ ਇੱਥੇ ਆਲਰੇਡੀ ਦਿੱਤੇ ਵੀ ਹੋਏ ਨੇ। ਸੋ ਮੈਂ ਫਿਲਹਾਲ ਆਪਣਾ ਹੀ ਕੀਬੋਰਡ ਵਰਤਾਂਗਾ, Alt Shift ਦੱਬਿਆ ਔਰ ਇੱਥੇ ਮੈਂ ਟਾਈਪ ਕੀਤਾ ਜੀ ਕੰਪਿਊਟਰ। ਸੋ ਕੰਪਿਊਟਰ ਟਾਈਪ ਕੀਤਾ ਅਤੇ ਸਾਡੇ ਕੋਲ ਇੱਥੇ ਇੰਦਰਾਜ ਇੱਕ ਆ ਗਿਆ ਕੰਪਿਊਟਰੀ ਭਾਸ਼ਾ ਵਿਗਿਆਨ। ਠੀਕ ਹੈ ਜੀ। ਇਸੇ ਤਰ੍ਹਾਂ ਕੋਈ ਵੀ ਜਿਵੇਂ CPU ਟਾਈਪ ਕੀਤਾ, ਥੱਲੇ CPU ਆ ਗਿਆ। ਤੁਸੀਂ ਕਲਿੱਕ ਕਰਕੇ ਸਰਚ ਬਾਕਸ ਦੇ ਉੱਤੇ ਕਲਿੱਕ ਕਰਨਾ ਤਾਂ CPU ਸ਼ਬਦ ਦੇ ਬਾਰੇ ਵਿਸਥਾਰ ਦੇ ਸਹਿਤ ਤੁਹਾਡੇ ਕੋਲ ਜਾਣਕਾਰੀ ਇੱਥੇ ਆ ਜਾਏਗੀ। ਇਹ ਦੇਖੋ CPU ਦੇ ਬਾਰੇ ਵਿਸਥਾਰ ਨਾਲ ਜਾਣਕਾਰੀ ਆ ਗਈ। CPU ਦਾ ਪੂਰਾ ਨਾਮ ਸੈਂਟਰਲ ਪ੍ਰੋਸੈਸਿੰਗ ਯੂਨਿਟ ਹੈ। ਇਹ ਕਿੱਥੋਂ ਲਿਆ ਗਿਆ ਜਿਹੜਾ ਇਹ ਜਿਹੜੀ ਪਰਿਭਾਸ਼ਾ ਹੈ ਉਹਦਾ ਸਰੋਤ ਵੀ ਥੱਲੇ ਦਿੱਤਾ ਹੋਇਆ ਹੈ। ਕੰਪਿਊਟਰ ਵਿਗਿਆਨ ਜਿਹੜੀ ਕਿਤਾਬ ਹੈ ਪਬਲੀਕੇਸ਼ਨ ਬਿਊਰੋ ਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ, ਉਹਦੇ ਵਿੱਚੋਂ ਇਹ ਲਿਆ ਗਿਆ ਅਤੇ ਇਹ ਸ਼ਬਦ ਕਿੰਨੀਆਂ ਵਾਰੀ ਵੇਖਿਆ ਗਿਆ, ਇਹ ਕੰਪਿਊਟਰ ਵਿਗਿਆਨ ਕਿਤਾਬ ਵੀ ਮੇਰੀ ਲਿਖੀ ਹੋਈ ਹੈ। ਸੋ ਇਹਦੇ ਨਾਲ ਮਿਲਦੇ ਜੁਲਦੇ ਵਿਸ਼ੇ ਵੀ ਤੁਹਾਨੂੰ ਦੱਸ ਦੇਗਾ ਕਿ ਜੇ ਕੰਪਿਊਟਰ ਦੀ ਤੁਸੀਂ ਇੱਕ ਐਂਟਰੀ ਵੇਖੀ ਹੈ ਤਾਂ ਕੰਪਿਊਟਰ ਬਾਰੇ ਇਹਨਾਂ ਦੇ ਉੱਤੇ ਵੀ ਤੁਸੀਂ ਸਰਚ ਲਗਾ ਸਕਦੇ ਹੋ, ਵੈਬਸਾਈਟ ਵੇਖ ਸਕਦੇ ਹੋ, ਵੈਬ ਪੇਜ ਵੇਖ ਸਕਦੇ ਹੋ। ਅੱਗੇ ਤੋਂ ਅੱਗੇ ਸਾਡੇ ਕੋਲ ਇਸ ਤਰ੍ਹਾਂ ਦੀ ਜਾਣਕਾਰੀ ਸਾਨੂੰ ਮਿਲ ਜਾਂਦੀ ਹੈ। ਸੋ ਇਹ ਸੀਗਾ ਸਾਡੇ ਕੋਲ ਵਿਕੀਪੀਡੀਆ ਦਾ ਇੱਕ ਬਦਲ, ਜਿਹਨੂੰ ਅਸੀਂ ਪੰਜਾਬੀ ਪੀਡੀਆ ਕਹਿੰਦੇ ਹਾਂ। ਤੀਜੀ ਵੈਬਸਾਈਟ ਸਾਡੇ ਕੋਲ ਪੰਜਾਬੀ ਪੀਡੀਆ ਸੀ। ਚੌਥੇ ਨੰਬਰ 'ਤੇ ਅਸੀਂ ਗੁਰਬਾਣੀ ਸਰਚ ਇੰਜਣ
ਗੁਰਬਾਣੀ ਸਰਚ ਇੰਜਨ ਨੋਟ ਕਰ ਲਓ। ਗੁਰਬਾਣੀ ਸਰਚ ਇੰਜਨ ਮਤਲਬ ਐਸਾ ਸੌਫਟਵੇਅਰ ਜਿਹੜਾ ਗੁਰਬਾਣੀ ਦੇ ਵਿੱਚੋਂ ਸ਼ਬਦਾਂ ਨੂੰ ਸਰਚ ਕਰ ਸਕੇ, ਉਹਨੂੰ ਅਸੀਂ ਗੁਰਬਾਣੀ ਸਰਚ ਇੰਜਨ ਕਹਿੰਦੇ ਹਾਂ। ਜਿਹੜਾ ਗੁਰਬਾਣੀ ਸਰਚ ਇੰਜਨ ਹੈ ਉਹਦੇ ਵਿੱਚੋਂ ਗੁਰਬਾਣੀ ਦੇ ਵਿੱਚੋਂ ਸ਼ਬਦ ਲੱਭਣ ਦੀ ਸਾਨੂੰ ਕਿਉਂ ਜ਼ਰੂਰਤ ਪੈਂਦੀ ਹੈ? ਦੋ ਕੰਮਾਂ ਦੇ ਲਈ ਸਾਨੂੰ ਸ਼ਬਦ ਲੱਭਣ ਦੀ ਜ਼ਰੂਰਤ ਪੈਂਦੀ ਹੈ। ਪਹਿਲਾ ਤਾਂ ਇਹ ਕਿ ਗੁਰਬਾਣੀ ਦੇ ਕਿਸੇ ਵੀ ਪੰਕਤੀ ਨੂੰ ਅਸੀਂ ਟਾਈਪ ਕਰਨਾ ਹੈ, ਸਾਨੂੰ ਉਹਦੇ ਸਪੈਲਿੰਗ ਨਹੀਂ ਆ ਰਿਹਾ, ਤਾਂ ਅਸੀਂ ਉਸ ਸੌਫਟਵੇਅਰ ਨੂੰ ਖੋਲ੍ਹ ਕੇ ਉੱਥੋਂ ਸ਼ਬਦ ਸਰਚ ਕਰਕੇ ਪੂਰੀ ਲਾਈਨ ਜਿਹੜੀ ਹੈ ਨੋਟ ਕਰ ਸਕਦੇ ਹਾਂ। ਦੂਸਰਾ ਇਹ ਹੈ ਕਿ ਉਸ ਪੰਕਤੀ ਦਾ ਅਰਥ ਵੇਖਣਾ ਹੈ, ਉਹਦਾ ਟੀਕਾ ਦੇਖਣਾ ਹੈ, ਉਹਦੀ ਵਿਆਖਿਆ ਦੇਖਣੀ, ਉਹਦੀ ਸਮੀਖਿਆ ਵੇਖਣੀ ਹੈ ਕਿ ਕਿਹੜੇ ਵਿਦਵਾਨ ਨੇ ਜਾਂ ਕਿਹੜੀ ਸੰਸਥਾ ਨੇ ਕੀ ਕੀਤਾ ਹੈ, ਉਹਦਾ ਮੀਨਿੰਗ ਕੀ ਦੱਸਿਆ। ਸੋ ਉਹਦੇ ਅਰਥ ਦੇਖਣ ਵਾਸਤੇ ਵੀ ਸਾਨੂੰ ਜਿਹੜਾ ਗੁਰਬਾਣੀ ਸਰਚ ਇੰਜਨ ਹੈ ਉਹ ਸਾਨੂੰ ਹੈਲਪ ਕਰਦਾ ਹੈ। ਉਹਦੇ ਲਈ ਸਾਡੇ ਕੋਲ ਕਈ ਸਰਚ ਇੰਜਨ ਬਣ ਚੁੱਕੇ ਨੇ। ਜਿਹੜਾ ਮੋਬਾਈਲ ਦੇ ਉੱਤੇ ਗੱਲ ਕਰਾਂਗੇ ਆਪਾਂ ਮੋਬਾਈਲ ਵਾਲੇ ਦਿਨ, ਫਿਲਹਾਲ ਅੱਜ ਅਸੀਂ ਗੱਲ ਕਰ ਰਹੇ ਹਾਂ ਵੈਬਸਾਈਟ ਦੇ ਉੱਤੇ, ਕੰਪਿਊਟਰ ਦੇ ਉੱਤੇ ਕਿਹੜਾ ਗੁਰਬਾਣੀ ਦਾ ਸਰਚ ਇੰਜਨ ਹੈ। ਉਹਦੇ ਲਈ ਤੁਸੀਂ ਵੈਬਸਾਈਟ ਜਿਹੜੀ ਖੋਲ੍ਹਣੀ ਹੈ ਉਹਦਾ ਨਾਮ ਹੈ ik13.com, ਯਾਨੀ ਕਿ 113.com, ik13.com। ਤੋ ਇਹਨੂੰ ਅਸੀਂ 113.com ਵੀ ਕਹਿ ਸਕਦੇ ਹਾਂ। ਇਸ ਵੈਬਸਾਈਟ ਦੇ ਉੱਤੇ ਜਾਣਾ ਹੈ। ਇਹ ਵੈਬਸਾਈਟ ਬਾਬਾ ਰਾੜਾ ਸਾਹਿਬ ਵਾਲੇ ਬਾਬਾ ਬਲਜਿੰਦਰ ਸਿੰਘ ਹੋਰਾਂ ਨੇ ਇਹ ਬਣਵਾਈ ਸੀਗੀ। ik13.com ਇਸ ਟਾਈਮ ਖੁੱਲ੍ਹ ਗਈ। ਤੋ ਇਹ ਬਾਬਾ ਜੀ ਦੀ ਫੋਟੋ ਆ ਰਹੀ ਹੈ। ਸੋ ਇਸ ਵੈਬਸਾਈਟ ਦੇ ਉੱਤੇ ਤੁਹਾਨੂੰ ਇੱਕ ਸੌਫਟਵੇਅਰ ਮਿਲੇਗਾ, ਈਸ਼ਰ ਮਾਈਕਰੋ ਮੀਡੀਆ, ਇਹ ਨਜ਼ਰ ਆ ਰਿਹਾ ਹੈ। ਸੋ ਜੇ ਤੁਸੀਂ ਸੌਫਟਵੇਅਰ ਨੂੰ ਆਫਲਾਈਨ ਵਰਤਣਾ ਚਾਹੁੰਦੇ ਹੋ ਇੰਟਰਨੈਟ ਤੋਂ ਬਿਨਾਂ, ਤਾਂ ਜਿਹੜਾ ਇਹ ਈਸ਼ਰ ਮਾਈਕਰੋ ਮੀਡੀਆ ਇਹਨੂੰ ਤੁਸੀਂ ਡਾਊਨਲੋਡ ਕਰਕੇ ਆਪਣੇ ਕੰਪਿਊਟਰ ਦੇ ਵਿੱਚ ਪਾ ਕੇ ਰੱਖ ਸਕਦੇ ਹੋ। ਸੋ ਇਸ ਵੈਬਸਾਈਟ ਦੇ ਉੱਤੇ ਇਹ ਸਾਡੇ ਕੋਲ ਈਸ਼ਰ ਮਾਈਕਰੋ ਮੀਡੀਆ ਉਹ ਅਵੇਲੇਬਲ ਹੈ। ਇੱਥੇ ਦਿੱਤਾ ਦ ਨਿਊ ਵਰਜ਼ਨ ਆਫ ਦ ਈਸ਼ਰ ਮਾਈਕਰੋ ਮੀਡੀਆ ਹੈਜ਼ ਬੀਨ ਰਿਲੀਜ਼ਡ, ਦ ਨਿਊ ਵਰਜ਼ਨ ਪ੍ਰੋਗਰਾਮ ਕੈਨ ਬੀ ਫਾਊਂਡ ਔਨ ਯੂਅਰ ਈਸ਼ਰ ਮਾਈਕਰੋ ਮੀਡੀਆ ਪੇਜ। ਸੋ ਇਸ ਪੇਜ ਤੋਂ ਤੁਸੀਂ ਈਸ਼ਰ ਮਾਈਕਰੋ ਮੀਡੀਆ ਜਿਹੜਾ ਕਿ ਸੌਫਟਵੇਅਰ ਹੈ, ਗੁਰਬਾਣੀ ਦਾ ਸਰਚ ਇੰਜਨ ਹੈ, ਉਹ ਇੱਥੋਂ ਤੁਸੀਂ ਉਤਾਰ ਸਕਦੇ ਹੋ। ਇਹਦੇ ਤੱਕ ਪਹੁੰਚਣ ਲਈ ਅਸੀਂ ik13.com ਦੇ ਉੱਤੇ ਗਏ ਸੀ। ਸੋ ਮਾਈਕਰੋ ਮੀਡੀਆ ਦੇ ਉੱਤੇ ਕਲਿੱਕ ਕੀਤਾ। ਇਸ ਪੇਜ ਦੇ ਉੱਤੇ ਸਾਡੇ ਕੋਲ ਲਿੰਕ ਜਿਹੜਾ ਥੱਲੇ ਸੌਰੀ ਇਹ ਤਾਂ ਗਲਤ ਲਿੰਕ ਸਾਡੇ ਕੋਲ ਖੁੱਲ੍ਹ ਗਿਆ। ਇਹਦੇ ਉੱਤੇ ਕਲਿੱਕ ਕੀਤਾ ਤਾਂ ਸਾਡੇ ਕੋਲ ਜਿਹੜਾ ਈਸ਼ਰ ਮਾਈਕਰੋ ਮੀਡੀਆ ਵਾਲਾ ਲਿੰਕ ਖੁੱਲ੍ਹਿਆ। ਇੱਥੋਂ ਜਾ ਕੇ ਅਸੀਂ ਡਾਇਰੈਕਟ ਜਿਹੜਾ ਹੈ ਇਸ ਨੂੰ ਡਾਊਨਲੋਡ ਕਰ ਸਕਦੇ ਹਾਂ। ਸੋ ਜਦੋਂ ਤੁਸੀਂ ਈਸ਼ਰ ਮਾਈਕਰੋ ਮੀਡੀਆ ਨੂੰ ਇੱਥੇ ਕਿਤੇ ਲਿੰਕ ਹੋਏਗਾ ਤੁਸੀਂ ਦੇਖ ਲੈਣਾ ਇਹਨੂੰ। ਆਪਾਂ ਟਾਈਮ ਇੱਥੇ ਜ਼ਿਆਦਾ ਨਹੀਂ ਲਗਾਉਣਾ ਚਾਹੁੰਦੇ। ਸੋ ਜੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਡਾਇਰੈਕਟ ਜਿਹੜਾ ਇਹਦਾ ਲਿੰਕ ਵੀ ਮੈਂ ਭੇਜ ਦਾਂਗਾ। ਸੋ ਈਸ਼ਰ ਮਾਈਕਰੋ ਮੀਡੀਆ ਜਦੋਂ ਇੰਸਟਾਲ ਹੋ ਜਾਏਗਾ ਤਾਂ ਉਸ ਤੋਂ ਬਾਅਦ ਤੁਸੀਂ ਉਹਨੂੰ ਜਦੋਂ ਚਲਾਓਗੇ ਤਾਂ ਉਹਦੀ ਮੇਨ ਸਕਰੀਨ ਦੇ ਉੱਤੇ 3-4 ਚੀਜ਼ਾਂ ਆਉਣਗੀਆਂ। ਪਹਿਲਾਂ ਆਏਗੀ ਗੁਰਬਾਣੀ, ਇਸੇ ਤਰ੍ਹਾਂ ਦਸਮ ਗ੍ਰੰਥ ਵੀ ਆਏਗਾ, ਭਾਈ ਗੁਰਦਾਸ ਦੀਆਂ ਵਾਰਾਂ ਵੀ ਆਉਣਗੀਆਂ, ਇੱਕ ਡਿਜੀਟਲ ਲਾਇਬ੍ਰੇਰੀ ਵੀ ਆਏਗੀ। ਸੋ ਇਹਨਾਂ ਸਾਰੀਆਂ ਸੁਵਿਧਾਵਾਂ ਦੇ ਵਿੱਚੋਂ ਤੁਸੀਂ ਕੋਈ ਇੱਕ ਜਿਹੜੀ ਵਿਸ਼ੇਸ਼ਤਾ ਹੈ ਉਹਨੂੰ ਤੁਸੀਂ ਚੂਜ਼ ਕਰ ਲੈਣਾ ਈਸ਼ਰ ਮਾਈਕਰੋ ਮੀਡੀਆ ਦੇ ਵਿੱਚ, ਅਤੇ ਫਿਰ ਉਹਦੇ ਵਿੱਚ ਜਾ ਕੇ ਤੁਸੀਂ ਸ਼ਬਦ ਸਰਚ ਕਰਨੇ ਨੇ। ਪੰਕਤੀਆਂ ਮਿਲਣਗੀਆਂ ਔਰ ਪੰਕਤੀਆਂ ਦੇ ਤੁਹਾਨੂੰ ਅਰਥ ਵੀ ਮਿਲਣਗੇ। ਸੋ ਇਹਨੂੰ ਤੁਸੀਂ ik13.com ਨੂੰ ਇੰਸਟਾਲ ਕਰਕੇ ਦੇਖਣਾ ਹੈ। ਇਹਦੀ ਵੀਡੀਓ ਵੀ ਬਣੀ ਹੋਈ, ਉਹਦਾ ਲਿੰਕ ਵੀ ਮੈਂ ਤੁਹਾਨੂੰ ਦੇਵਾਂਗਾ ਕਿ ਕਿਵੇਂ ik13.com ਤੋਂ ਜਿਹੜਾ ਈਸ਼ਰ ਮਾਈਕਰੋ ਮੀਡੀਆ ਸਾਨੂੰ ਮਿਲਿਆ ਉਹਦੇ ਉੱਤੇ ਕੰਮ ਕੀ ਕਰਨਾ ਹੈ। ਫਿਲਹਾਲ ਇੰਨਾ ਯਾਦ ਰੱਖੋ ਕਿ ਈਸ਼ਰ ਮਾਈਕਰੋ ਮੀਡੀਆ ਗੁਰਬਾਣੀ ਦਾ ਸਰਚ ਇੰਜਨ ਹੈ, ਜਿਹਦੇ ਉੱਤੇ ਸਰਚ ਕਰਕੇ ਅਸੀਂ ਗੁਰਬਾਣੀ ਦਾ ਕੋਈ ਵੀ ਸ਼ਬਦ ਪਾਈਏ ਤਾਂ ਉੱਥੋਂ ਸਾਨੂੰ ਪੂਰੀਆਂ ਪੰਕਤੀਆਂ ਆ ਜਾਂਦੀਆਂ ਨੇ, ਲਾਈਨਾਂ ਆ ਜਾਂਦੀਆਂ ਨੇ। ਉਹਨਾਂ 'ਚੋਂ ਜਿਹੜੀ ਵੀ ਲਾਈਨ ਚੂਜ਼ ਕਰਾਂਗੇ ਉਸ ਲਾਈਨ ਦਾ ਸਾਨੂੰ ਮੀਨਿੰਗ ਮਿਲ ਜਾਏਗਾ। ਔਰ ਮੀਨਿੰਗ ਇੱਕ ਨਹੀਂ ਮਿਲੇਗਾ, ਤੁਸੀਂ 4 ਮੀਨਿੰਗ ਵੇਖਣਾ ਚਾਹੁੰਦੇ ਹੋ, ਵੱਖਰੇ ਵੱਖਰੇ ਬੰਦਿਆਂ ਨੇ ਉਸ ਲਾਈਨ ਦੇ ਕੀ ਵਿਆਖਿਆ ਕੀਤੀ ਹੈ, ਉਹਦਾ ਤੁਸੀਂ ਤੁਲਨਾਤਮਕ ਅਧਿਐਨ ਵੀ ਕਰ ਸਕਦੇ ਹੋ। ਫਿਲਹਾਲ ਈਸ਼ਰ ਮਾਈਕਰੋ ਮੀਡੀਆ ਦੇ ਉੱਤੇ ਮੇਰਾ ਜਿਹੜਾ ਬਲੌਗ ਹੈ cpcompose.com, ਉਹਦੇ ਉੱਤੇ ਜਾ ਕੇ ਵੀ ਤੁਸੀਂ ਸਰਚ ਕਰਨਾ ਈਸ਼ਰ ਮਾਈਕਰੋ ਮੀਡੀਆ ਲਿਖ ਕੇ, ਉੱਥੇ ਤੁਹਾਡੇ ਕੋਲ ਆਰਟੀਕਲ ਵੀ ਮਿਲ ਜਾਏਗਾ। ਜੇ ਨਾ ਮਿਲੇ ਤਾਂ WhatsApp ਕਰ ਦੇਣਾ, ਤੁਹਾਨੂੰ ਉਹਦਾ ਆਰਟੀਕਲ ਦਾ ਲਿੰਕ ਵੀ ਮੈਂ ਭੇਜ ਦਿਆਂਗਾ। ਸੋ ਇਹ ਸੀਗੀ ਸਾਡੇ ਕੋਲੇ ਈਸ਼ਰ ਮਾਈਕਰੋ ਮੀਡੀਆ ਡਾਊਨਲੋਡ ਕਰਨ ਦੇ ਲਈ ਵੈਬਸਾਈਟ, ਜਿਸ ਵੈਬਸਾਈਟ ਦਾ ਨਾਮ ਸੀਗਾ ik13.com। ਅੱਗੇ ਸਾਡੇ ਸਿਲੇਬਸ ਦੇ ਵਿੱਚ ਹੈ ਵਰਡ ਨੈੱਟ। ਸੋ ਵਰਡ ਨੈੱਟ ਦਰਅਸਲ ਚੀਜ਼ ਕੀ ਹੈ, ਪਹਿਲਾਂ ਤਾਂ ਇਹਦੇ ਬਾਰੇ ਸਾਨੂੰ
ਪਤਾ ਹੋਣਾ ਚਾਹੀਦਾ ਹੈ। ਵਰਡਨੈਟ ਇੱਕ ਤਰ੍ਹਾਂ ਦੀ ਡਿਕਸ਼ਨਰੀ ਹੈ, ਪਰ ਇਹਦੇ ਵਿੱਚ ਡਿਕਸ਼ਨਰੀ ਨਾਲੋਂ ਕੋਸ਼ ਨਾਲੋਂ ਬਹੁਤ ਹੀ ਜ਼ਿਆਦਾ ਜਿਹੜੀਆਂ ਸੁਵਿਧਾਵਾਂ ਹੁੰਦੀਆਂ ਨੇ। ਫਾਰ ਐਗਜ਼ਾਮਪਲ ਸ਼ਬਦਕੋਸ਼ ਦੇ ਵਿੱਚ ਤਾਂ ਇਕੱਲਾ ਤੁਸੀਂ ਕਿਸੇ ਇੱਕ ਭਾਸ਼ਾ ਦੇ ਵਿੱਚ ਸ਼ਬਦ ਲਿਖਦੇ ਹੋ, ਉਸੇ ਜਾਂ ਦੂਸਰੀ ਭਾਸ਼ਾ ਦੇ ਵਿੱਚ ਉਹਦੇ ਸਾਨੂੰ ਅਰਥ ਮਿਲ ਜਾਂਦੇ ਨੇ। ਪਰ ਵਰਡਨੈਟ ਦਾ ਮਤਲਬ ਹੈ ਕਿ ਸ਼ਬਦਾਂ ਦਾ ਜਾਲ। ਮੈਂ ਇੱਥੇ ਕੋਸ਼ਿਸ਼ ਕਰਦਾ, ਵੈਸੇ ਵੈਬਸਾਈਟ ਕੁਝ ਦਿਨ ਤੋਂ ਇਹ ਬੰਦ ਨਜ਼ਰ ਆ ਰਹੀ ਸੀ, WORD ਵਰਡਨੈਟ। ਸੋ ਦੇਖਦੇ ਹਾਂ ਕਿ ਵਰਡਨੈਟ ਵੈਬਸਾਈਟ ਚੱਲ ਰਹੀ ਹੈ ਜਾਂ ਨਹੀਂ ਚੱਲ ਰਹੀ। ਕੱਲ੍ਹ ਇਹਨਾਂ ਨੂੰ ਮੇਲ ਵੀ ਪਾਈ ਸੀ। ਵਰਡਨੈਟ ਦੀ ਜਿਹੜੀ ਵੈਬਸਾਈਟ ਹੈ ਉਹ ਚੱਲ ਨਹੀਂ ਰਹੀ, ਪਰ ਇਹਦੇ ਬਾਰੇ ਮੈਂ ਤੁਹਾਨੂੰ ਮੈਟਰ ਲਿਖ ਕੇ ਭੇਜ ਦੇਣਾ। ਡਾਊਨਲੋਡ ਦੇ ਉੱਤੇ ਵੀ ਨਹੀਂ ਮਿਲ ਰਿਹਾ, ਕੁਝ ਸਰਵਰ ਦੀ ਐਰਰ ਹੈ। ਪਹਿਲਾਂ ਇਹ ਕੁਝ ਦਿਨ ਪਹਿਲਾਂ ਚੱਲਦੀ ਸੀਗੀ। ਤੋ ਵਰਡਨੈਟ ਦਾ ਐਗਜ਼ੈਕਟ ਜਿਹੜਾ ਹੈ ਜਦੋਂ ਵੀ ਚੱਲ ਜਾਂਦੀ ਮੈਨੂੰ ਮੇਲ ਆਏਗੀ, ਉਹਦਾ ਮੈਂ ਡਾਇਰੈਕਟ ਲਿੰਕ ਤੁਹਾਨੂੰ ਮੈਂ ਭੇਜ ਦਾਂਗਾ। ਫਿਲਹਾਲ ਤੁਸੀਂ wordnet.com ਇੱਕ ਜਿਹੜਾ ਹੈ ਡੰਮੀ ਲਿੰਕ ਜਿਹੜਾ ਹੈ ਉਹ ਤੁਸੀਂ ਯਾਦ ਕਰ ਲਓ ਕਿ ਵਰਡਨੈਟ ਦਾ ਜਿਹੜਾ ਲਿੰਕ ਕੀ ਹੈ। ਅਤੇ ਜੇ ਆਪਾਂ ਗੱਲ ਮੈਂ ਹੁਣੇ ਤੁਹਾਡੇ ਨਾਲ ਕੀਤੀ ਸੀ ਕਿ ਵਰਡਨੈਟ ਹੈ ਕੀ ਚੀਜ਼, ਤੁਸੀਂ ਗੂਗਲ ਕਰਕੇ ਵੀ ਦੇਖ ਸਕਦੇ ਹੋ। ਵਰਡਨੈਟ ਇੱਕ ਲੈਕਸੀਕਲ ਡਾਟਾਬੇਸ ਹੈ, ਯਾਨੀ ਕਿ ਡਿਕਸ਼ਨਰੀ ਦਾ ਡਾਟਾਬੇਸ ਹੈ, ਜਿਹਦੇ ਉੱਤੇ ਸ਼ਬਦਾਂ ਦੀ ਆਪਸ ਵਿੱਚ ਰਿਲੇਸ਼ਨ ਹੁੰਦੀ ਹੈ। ਅਤੇ ਇਸ ਵਰਡਨੈਟ ਦੇ ਵਿੱਚ 200 ਤੋਂ ਵੱਧ ਭਾਸ਼ਾਵਾਂ ਜਿਹੜੀਆਂ ਨੇ ਉਹ ਪਾਈਆਂ ਗਈਆਂ ਨੇ, ਅਤੇ ਉਹਨਾਂ ਦੇ ਤੁਸੀਂ ਸ਼ਬਦਾਂ ਦੇ ਇਕੱਲੇ ਅਰਥ ਨਹੀਂ ਵੇਖ ਸਕਦੇ, ਸਿਨੋਨੀਅਮ ਐਂਟੋਨੀਅਮ ਵੇਖ ਸਕਦੇ ਹੋ, ਯਾਨੀ ਕਿ ਉਲਟ ਅਰਥ ਜਾਂ ਸਮਾਨਾਰਥੀ ਅਰਥ ਵੀ ਵੇਖ ਸਕਦੇ ਹੋ। ਹੋਰ ਬਹੁਤ ਕੁਛ ਰਾਈਮਸ ਦੇ ਅਕੋਰਡਿੰਗ, ਪ੍ਰੀਫਿਕਸ ਸੁਫਿਕਸ ਦੇ ਅਕੋਰਡਿੰਗ ਸ਼ਬਦ ਵੀ ਤੁਸੀਂ ਇਹਦੇ ਉੱਤੋਂ ਵੇਖ ਸਕਦੇ ਹੋ। ਮਤਲਬ ਵਰਡਨੈਟ ਦੇ ਉੱਤੇ ਸ਼ਬਦਾਂ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਚੀਜ਼ ਤੁਹਾਨੂੰ ਵਰਡਨੈਟ ਦੇ ਉੱਤੇ ਮਿਲ ਜਾਂਦੀ ਹੈ। ਜਿਹੜੇ ਵਿਦਿਆਰਥੀ ਤੁਹਾਡੇ ਵਿੱਚੋਂ ਸ਼ਬਦਾਂ ਦੇ ਨਾਲ ਖੇਡਣ ਦੇ ਸ਼ਿਕਾਰੀ ਨੇ, ਸ਼ਬਦਾਂ ਦੇ ਜਾਲ ਬੁਣਨ ਦੇ ਖਿਡਾਰੀ ਨੇ, ਉਹਨਾਂ ਦੇ ਲਈ ਵਰਡਨੈਟ ਬਹੁਤ ਫਾਇਦੇਮੰਦ ਹੋਏਗਾ। ਸੋ ਵਰਡਨੈਟ ਦਾ ਮੈਂ ਤੁਹਾਨੂੰ ਲਿੰਕ ਭੇਜ ਦਾਂਗਾ। ਸੋ ਫਿਲਹਾਲ ਤੁਸੀਂ ਵਰਡਨੈਟ ਬਾਰੇ ਚੇਤਾ ਰੱਖਣਾ ਹੈ ਅਤੇ wordnet.com ਵੈਬਸਾਈਟ ਜਿਹੜੀ ਹੈ ਉਹ ਯਾਦ ਕਰ ਲੈਣੀ ਹੈ। ਇਸ ਤੋਂ ਅੱਗੇ ਸਾਡੇ ਕੋਲ ਹੈ ਸਪੈਲ ਚੈੱਕਰ, ਔਨਲਾਈਨ ਸਪੈਲ ਚੈੱਕਰ। ਪਹਿਲਾਂ ਤੁਸੀਂ ਸਪੈਲ ਚੈੱਕਰ ਜਿਹੜਾ ਯੂਜ਼ ਕੀਤਾ ਹੈ ਉਹ ਆਫਲਾਈਨ ਸੀਗਾ, ਜਿਹੜਾ ਕਿ ਅੱਖਰ ਦੇ ਵਿੱਚ ਯੂਜ਼ ਹੁੰਦਾ ਸੀ। ਹੁਣ ਤੁਸੀਂ ਜਦੋਂ ਔਨਲਾਈਨ ਸਪੈਲ ਚੈੱਕਰ ਯੂਜ਼ ਕਰਨਾ ਹੈ ਅਤੇ ਉਹਦੇ ਲਈ ਸਭ ਤੋਂ ਪਹਿਲਾਂ ਤੁਸੀਂ ਵੈਬਸਾਈਟ 'ਤੇ ਜਾਣਾ ਹੈ learnpunjabi.org। ਅੱਜ ਡਾਕਟਰ ਲਹਿਲ ਹੋਰਾਂ ਨੇ ਸਾਡੇ ਨਾਲ ਇੱਥੇ ਆਉਣਾ ਸੀ ਔਰ ਤੁਹਾਡੇ ਰੂਬਰੂ ਹੋਣਾ ਸੀਗਾ, ਪਰ ਕਿਸੇ ਕਾਰਨ ਕਰਕੇ ਨਹੀਂ ਆ ਸਕੇ। ਉਹਨਾਂ ਦੀ ਇਹ ਵੈਬਸਾਈਟ ਹੈ, ਉਹਨਾਂ ਦੇ ਡਿਪਾਰਟਮੈਂਟ ਦੀ ਵੈਬਸਾਈਟ ਹੈ, ਯਾਨੀ ਕਿ ਜਿਹੜਾ ਡਿਪਾਰਟਮੈਂਟ ਯੂਨੀਵਰਸਿਟੀ ਦਾ ਸੋਫਟਵੇਅਰ ਬਣਾਉਂਦਾ ਹੈ ਉਸ ਡਿਪਾਰਟਮੈਂਟ ਦੀ ਇਹ ਵੈਬਸਾਈਟ ਹੈ learnpunjabi.org। ਸੋ ਇਸ ਵੈਬਸਾਈਟ ਦੇ ਉੱਤੇ ਜਦੋਂ ਤੁਸੀਂ ਚਲੇ ਜਾਓਗੇ ਤਾਂ ਇੱਧਰਲੇ ਪਾਸੇ ਤੁਹਾਡੇ ਕੋਲ ਲਿਸਟ ਦਿੱਤੀ ਹੋਈ ਹੈ, ਕੈਟਾਗਰੀਜ਼ ਵਾਈਜ਼ ਸੋਫਟਵੇਅਰ ਦਿੱਤੇ ਹੋਏ ਨੇ। ਇਹ ਨੇ ਪੰਜਾਬੀ ਲਰਨਿੰਗ ਰਿਸੋਰਸਿਸ, ਠੀਕ ਹੈ ਜੀ। ਸੋ ਅਸੀਂ ਜਿਹੜਾ ਲੱਭਣਾ ਹੈ ਉਹ ਔਨਲਾਈਨ ਸਪੈਲ ਚੈੱਕਰ ਲੱਭਣਾ ਹੈ। ਸੋ ਥੱਲੇ ਸਾਡੇ ਕੋਲ ਡਿਕਸ਼ਨਰੀਆਂ ਅਤੇ ਲਿੰਗੁਇਸਟਿਕਸ ਹੈ। ਇੱਥੇ ਸਾਡੇ ਕੋਲ ਇੱਕ ਸੋਧਕ ਨਾਂ ਦਾ ਸੋਫਟਵੇਅਰ ਮਿਲੇਗਾ, ਉਸ ਨੂੰ ਅਸੀਂ ਇੱਥੋਂ ਲੱਭਣਾ ਹੋਏਗਾ। ਉਹਦਾ ਸਿੱਧਾ ਲਿੰਕ ਵੀ ਯਾਦ ਕਰ ਸਕਦੇ ਹੋ, ਔਰ ਤੁਸੀਂ ਚਾਹੋ ਤਾਂ ਉਸ ਸੋਫਟਵੇਅਰ ਦਾ ਲਿੰਕ ਸਿੱਧਾ ਨਹੀਂ ਪਤਾ ਕਰ ਸਕਦੇ ਤਾਂ learnpunjabi.org ਦੇ ਰਾਹੀਂ ਸਮਝਾ ਸਕਦੇ ਹੋ ਵੀ ਕਿੱਥੇ ਹੈ। ਇਹ ਦੇਖੋ ਸੋਧਕ ਔਨਲਾਈਨ ਟਾਈਪਿੰਗ ਐਂਡ ਪ੍ਰੂਫਿੰਗ ਟੂਲ ਵਾਲੀ ਕੈਟਾਗਰੀ ਦੇ ਹੇਠਲੇ ਪਾਸੇ ਪਹਿਲੇ ਨੰਬਰ 'ਤੇ ਹੈ ਸੋਧਕ। ਸੋ ਇਹਦੇ ਉੱਤੇ ਆਪਾਂ ਕਲਿੱਕ ਕਰਦੇ ਹਾਂ ਤਾਂ ਨਵਾਂ ਪੇਜ ਇੱਕ ਜਿਹੜਾ ਖੁੱਲ੍ਹੇਗਾ ਉਹ ਸੋਧਕ ਦਾ ਖੁੱਲ੍ਹੇਗਾ, ਠੀਕ ਹੈ ਜੀ। ਸੋਧਕ ਜਿਹੜਾ ਹੈ ਇਕੱਲਾ ਸਪੈਲ ਚੈੱਕਰ ਨਹੀਂ ਹੈ, ਇਹਦੇ ਵਿੱਚ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਨੇ। ਪਹਿਲੀ ਵਿਸ਼ੇਸ਼ਤਾ ਇਹ ਹੈ ਕਿ ਇਹਦੇ ਵਿੱਚ ਤੁਸੀਂ ਟਾਈਪ ਕਰ ਸਕਦੇ ਹੋ। ਕੀਬੋਰਡ ਇਹਦੇ ਉੱਤੇ ਦਿੱਤੇ ਹੋਏ ਨੇ, ਰੋਮਨ ਵਾਲਾ ਕੀਬੋਰਡ ਵੀ ਹੈ, ਫੋਨੈਟਿਕ ਵੀ ਹੈ, ਰਿਮਿੰਗਟਨ ਵੀ ਹੈ। ਰੋਮਨ ਵਾਲੇ ਦਾ ਮਤਲਬ ਤੁਸੀਂ KEE ਟਾਈਪ ਕੀਤਾ ਤਾਂ ਕੀ ਬਣਨਾ ਚਾਹੀਦਾ ਹੈ, ਕੱਕੇ ਨੂੰ ਬਿਹਾਰੀ ਬਣਨਾ ਚਾਹੀਦਾ। ਪਰ ਫਿਲਹਾਲ ਮੇਰੇ ਕੋਲ ਕੀਬੋਰਡ ਦੂਜਾ ਪੰਜਾਬੀ ਵਾਲਾ ਚੱਲ ਰਿਹਾ ਤਾਂ ਕਰਕੇ ਇਹ ਨਹੀਂ ਚੱਲ ਰਿਹਾ ਇੱਥੇ। ਤੁਸੀਂ ਇੱਥੋਂ ਵਾਲੇ ਕੀਬੋਰਡ ਯੂਜ਼ ਕਰ ਸਕਦੇ ਹੋ, ਫੋਨੈਟਿਕ ਰਿਮਿੰਗਟਨ ਵੀ, ਨਹੀਂ ਤਾਂ ਆਪਣਾ ਕੀਬੋਰਡ ਯੂਜ਼ ਕਰਕੇ ਤੁਸੀਂ ਇੱਥੇ ਟਾਈਪ ਕਰ ਸਕਦੇ ਹੋ। ਮੈਂ ਇੱਥੇ ਲਿਖਿਆ, ਮੈਂ ਰੋਮਨ ਲਿਪੀ ਵਿੱਚ
ਟਾਈਪ ਕਰ ਰਿਹਾ ਹਾਂ। ਮੈਂ ਜਾਣ ਕੇ ਕੁਝ ਸ਼ਬਦ ਗਲਤ ਪਾਏ ਨੇ। ਫਿਲਹਾਲ ਪਹਿਲੀ ਸੁਵਿਧਾ ਜਿਹੜੀ ਸੋਧਕ ਦੀ ਸਾਨੂੰ ਇਹ ਪਤਾ ਲੱਗ ਗਈ ਕਿ ਇੱਥੇ ਟਾਈਪ ਕਰ ਸਕਦੇ ਹਾਂ। ਦੂਸਰੀ ਇਹਦੀ ਸੁਵਿਧਾ ਇਹ ਹੈ ਕਿ ਤੁਸੀਂ ਫੌਂਟ ਕਨਵਰਟ ਕਰ ਸਕਦੇ ਹੋ। ਤਾਂ ਫੌਂਟ ਕਨਵਰਟ ਦੇ ਲਈ ਤੁਹਾਡੇ ਕੋਲ ਥੱਲੇ ਇੱਥੇ ਬਟਨ ਹੈ ਫੌਂਟ ਤੋਂ ਯੂਨੀਕੋਡ। ਤਾਂ ਉਹਦੇ ਲਈ ਤੁਸੀਂ ਕਿਸੇ ਵੀ ਫਾਈਲ ਤੋਂ ਅਨਮੋਲ, ਅਸੀਸ, ਸਤਲੁਜ ਪੁਰਾਣੇ ਫੌਂਟਾਂ ਵਾਲਾ ਮੈਟਰ ਜਿਹੜਾ ਹੈ ਉਹ ਕਾਪੀ ਕਰ ਲੈਣਾ, ਇੱਥੇ ਲਿਆ ਕੇ ਪੇਸਟ ਕਰ ਦੇਣਾ। ਪੇਸਟ ਕਰਨ ਤੋਂ ਬਾਅਦ ਤੁਸੀਂ ਇਹ ਬਟਨ ਦੱਬੋਗੇ ਤੁਹਾਨੂੰ ਯੂਨੀਕੋਡ ਦੇ ਵਿੱਚ ਕਨਵਰਟ ਕਰਕੇ ਦੇ ਦੇਗਾ। ਫਿਲਹਾਲ ਜਿਹਦੇ ਕੋਲ ਅੱਖਰ ਸੌਫਟਵੇਅਰ ਇੰਸਟਾਲ ਨਹੀਂ ਹੈ ਉਹ ਇਹਦੀ ਵਰਤੋਂ ਕਰ ਸਕਦੇ ਨੇ। ਜਾਂ ਕੋਈ ਫਾਈਲ ਵਰਡ ਦੀ ਉਹ ਸਿੱਧੀ ਤੁਸੀਂ ਇੱਥੋਂ ਚੁਕਾ ਵੀ ਸਕਦੇ ਹੋ। ਦੇਖੋ ਚੂਜ਼ ਫਾਈਲ ਦੇ ਉੱਤੇ ਕਲਿੱਕ ਕੀਤਾ, ਜਿਹੜੇ ਪੁਰਾਣੇ ਫੌਂਟਾਂ ਵਾਲੀ ਫਾਈਲ ਹੈ ਉਹਦਾ ਤੁਸੀਂ ਲਿੰਕ ਦੇ ਦਿਓ। ਜਿੱਥੇ ਵੀ ਪਾਈਏ ਫਾਈਲ ਉਸ ਫਾਈਲ ਨੂੰ ਤੁਸੀਂ ਇੱਥੋਂ ਓਪਨ ਕਰਕੇ ਇਹਦੇ ਵਿੱਚ ਖੋਲ੍ਹ ਸਕਦੇ ਹੋ ਔਰ ਫਿਰ ਕਰ ਸਕਦੇ ਹੋ ਫੌਂਟ ਟੂ ਯੂਨੀਕੋਡ। ਸਾਡੇ ਜਿਹੜਾ ਸਿਲੇਬਸ ਸੀਗਾ ਉਹ ਸੀਗਾ ਸਪੈਲ ਚੈੱਕਰ। ਉਹ ਵੀ ਥੱਲੇ ਸਾਡੇ ਕੋਲ ਆਪਸ਼ਨ ਹੈ ਪੀਲੇ ਰੰਗ ਦੀ। ਸੋ ਤੁਸੀਂ ਇੱਥੇ ਕਰਸਰ ਰੱਖਣਾ ਹੈ, ਸਪੈਲ ਚੈੱਕਰ ਔਨ ਕਰ ਲੈਣਾ ਹੈ। ਤਾਂ ਸਪੈਲ ਚੈੱਕਰ ਉਵੇਂ ਹੀ ਕੰਮ ਕਰੂਗਾ ਜਿਵੇਂ ਅੱਖਰ ਦੇ ਵਿੱਚ ਹੈ। ਦੇਖੋ ਸਭ ਤੋਂ ਪਹਿਲਾਂ ਤਾਂ ਉਹਨੇ ਗਲਤੀ ਕੱਢੀ ਲਿਪੀ ਦੀ। ਤਾਂ ਲਿਪੀ ਦਾ ਉਹ ਕਹਿੰਦਾ ਕਿ ਇਹ ਹੋਣਾ ਚਾਹੀਦਾ, ਥੱਲੇ ਆ ਗਿਆ ਸ਼ਬਦ ਬਦਲੋ, ਅਸੀਂ ਸ਼ਬਦ ਬਦਲੋ ਯਾਨੀ ਕਿ ਰਿਪਲੇਸ ਕਰੋ। ਇੱਥੇ ਅਸੀਂ ਕਲਿੱਕ ਕਰਦੇ ਹਾਂ, ਲਿਪੀ ਸਹੀ ਹੋ ਗਿਆ। ਹੁਣ ਟਾਈਪ ਦੇ ਸਪੈਲਿੰਗ ਗਲਤ ਤੋਂ ਕੱਢ ਰਿਹਾ, ਅਸੀਂ ਫਿਰ ਸ਼ਬਦ ਬਦਲਦੇ ਹਾਂ, ਟਾਈਪ ਨੂੰ ਹੀ ਉਹਨੇ ਠੀਕ ਕਰ ਦਿੱਤਾ। ਸੋ ਜਿਵੇਂ ਅਸੀਂ ਸ਼ਬਦ ਬਦਲੋ ਦੇ ਉੱਤੇ ਕਲਿੱਕ ਕਰਦੇ ਹਾਂ ਤਾਂ ਸਪੈਲ ਚੈੱਕਰ ਜਿਹੜਾ ਹੈ ਉਹ ਠੀਕ ਕਰ ਦਿੰਦਾ। ਔਰ ਫਿਰ ਲਾਸਟ 'ਤੇ ਉਹਨੇ ਕਿਹਾ ਸਪੈਲ ਚੈੱਕ ਸਮਾਪਤ ਕਰੋ, ਵੀ ਜੇ ਤੁਸੀਂ ਵਿਚਾਲੋਂ ਹੀ ਸਪੈਲ ਚੈਕਿੰਗ ਵਾਲਾ ਸਿਸਟਮ ਜਿਹੜਾ ਹੈ ਬੰਦ ਕਰਨਾ ਤੇ ਬੰਦ ਕਰ ਸਕਦੇ ਹੋ। ਉੱਤੇ ਵੀ ਮੈਸੇਜ ਦੇ ਦਿੱਤਾ ਕਿ ਸਾਰੇ ਸਪੈਲਿੰਗ ਚੈੱਕ ਕਰ ਲਏ ਗਏ ਨੇ। ਤਾਂ ਉਸਨੇ ਜਿਹੜੇ 2 ਸਪੈਲਿੰਗ ਠੀਕ ਕੀਤੇ ਸੀ ਉਹ ਕਰਕੇ ਸਾਨੂੰ ਇਹ ਦੇ ਦਿੱਤਾ। ਯਾਦ ਰੱਖਣਾ ਹੈ ਕਿ ਜੇ ਅੱਖਰ ਵੀ ਨਹੀਂ ਹੈ ਤੁਹਾਡੇ ਕੋਲੇ ਅਤੇ ਔਨਲਾਈਨ ਸਪੈਲ ਚੈਕਿੰਗ ਕਰਨੀ ਹੈ ਤਾਂ ਉਹਦੇ ਲਈ ਤੁਹਾਡੇ ਕੋਲ ਜਿਹੜਾ ਸੌਫਟਵੇਅਰ ਹੈ ਸੋਧਕ ਹੈ। ਉਹਦਾ ਐਡਰੈਸ ਥੋੜ੍ਹਾ ਜਿਹਾ ਲੰਬਾ ਹੈ, ਜੇ ਸਿੱਧਾ ਐਡਰੈਸ ਵੀ ਯਾਦ ਰੱਖਣਾ ਹੈ ਤਾਂ g2s.learnpunjabi.org/sodhak.aspx ਜਾਂ ਤਾਂ ਇਹ ਪੂਰਾ ਐਡਰੈਸ ਯਾਦ ਕਰੋ। ਜਾਂ ਫਿਰ ਤਰੀਕਾ ਹੈ ਜੇ ਕਿਸੇ ਨੂੰ ਦੱਸਣਾ ਹੋਵੇ ਤਾਂ ਉਹਦਾ ਤਰੀਕਾ ਇਹ ਹੈ ਕਿ ਤੁਸੀਂ learnpunjabi.org ਦੇ ਉੱਤੇ ਜਾਣਾ ਹੈ। learnpunjabi.org ਦੇ ਉੱਤੇ ਜਾ ਕੇ ਪਹਿਲੇ ਪੇਜ ਦੇ ਵਿੱਚ ਤੁਹਾਨੂੰ ਮਿਲੇਗਾ ਟਾਈਪਿੰਗ ਐਂਡ ਪ੍ਰੂਫ ਰੀਡਿੰਗ ਵਾਲਾ ਜਿਹੜਾ ਕੈਟਾਗਰੀ, ਉਹਦੇ 'ਚ ਪਹਿਲੇ ਨੰਬਰ ਵਾਲੇ ਲਿੰਕ ਦੇ ਉੱਤੇ ਕਲਿੱਕ ਕਰ ਦੇਣਾ। ਇਹ ਸੀ ਸਾਡੇ ਕੋਲ ਔਨਲਾਈਨ ਜਿਹੜਾ ਸੀ ਟਾਈਪਿੰਗ ਵਾਲਾ ਪੈਡ ਹੈ ਔਰ ਔਨਲਾਈਨ ਇਹਦੇ ਉੱਤੇ ਅਸੀਂ ਫੌਂਟ ਨੂੰ ਕਨਵਰਟ ਕਰ ਸਕਦੇ ਹਾਂ ਅਤੇ ਔਨਲਾਈਨ ਸ਼ਬਦਾਂ ਨੂੰ, ਗਲਤ ਸ਼ਬਦਾਂ ਨੂੰ ਸੋਧ ਵੀ ਸਕਦੇ ਹਾਂ, ਯਾਨੀ ਕਿ ਸਪੈਲ ਚੈੱਕਰ ਹੈ। ਅੱਗੇ ਸਾਡੇ ਕੋਲ ਹੈ ਜੀ ਅਨੁਵਾਦ, ਯਾਨੀ ਕਿ ਟਰਾਂਸਲੇਸ਼ਨ ਕਰਨੀ। ਉਹਦੇ ਲਈ ਟਰਾਂਸਲੇਸ਼ਨ ਦੇ ਲਈ ਤੁਹਾਨੂੰ ਪਤਾ ਹੀ ਹੈ ਕਿ ਗੂਗਲ ਦਾ ਜਿਹੜਾ ਅਨੁਵਾਦ ਵਾਲਾ ਸੌਫਟਵੇਅਰ ਬਹੁਤ ਹੀ ਵਧੀਆ ਹੈ। ਉੱਥੇ ਤੁਸੀਂ ਵੈਬਸਾਈਟ ਚੇਤੇ ਰੱਖਣੀ ਹੈ, ਤੁਸੀਂ ਗੂਗਲ ਨਹੀਂ ਕਰਨਾ ਹਰ ਚੀਜ਼ ਨੂੰ, ਵੈਬਸਾਈਟ ਦਾ ਨਾਮ ਚੇਤੇ ਰੱਖਣਾ ਹੈ। ਜਦੋਂ ਵੀ ਗੂਗਲ ਦੇ ਉੱਤੇ ਟਰਾਂਸਲੇਸ਼ਨ ਕਰਨੀ ਹੈ ਤਾਂ ਵੈਬਸਾਈਟ ਦਾ ਨਾਮ ਹੈ translate.google.com। translate.google.com ਵੈਬਸਾਈਟ ਦਾ ਨਾਮ ਚੇਤੇ ਰੱਖਣਾ ਹੈ। ਕਲਿੱਕ ਕੀਤਾ ਔਰ 2 ਸਾਡੇ ਕੋਲ ਡੱਬੇ ਬਣੇ ਆ ਗਏ। ਖੱਬੇ ਪਾਸੇ ਸੋਰਸ ਲੈਂਗੁਏਜ ਹੈ, ਸੱਜੇ ਪਾਸੇ ਸਾਡੇ ਕੋਲ ਟਾਰਗੇਟ ਲੈਂਗੁਏਜ ਹੈ। ਸੋਰਸ ਲੈਂਗੁਏਜ ਦਾ ਮਤਲਬ ਜਿਹੜੀ ਭਾਸ਼ਾ ਨੂੰ ਤੁਸੀਂ ਬਦਲਣਾ ਹੈ, ਟਾਰਗੇਟ ਦਾ ਮਤਲਬ ਜਿਹਦੇ ਵਿੱਚ ਬਦਲਣਾ ਹੈ। ਸੋਰਸ ਲੈਂਗੁਏਜ ਜੇ ਪੰਜਾਬੀ ਲੈਂਦੇ ਹੋ ਤਾਂ ਪੰਜਾਬੀ ਦਾ ਕੋਈ ਵਾਕ ਤੁਸੀਂ ਇੱਥੇ ਲਿਖੋਗੇ, ਮੈਂ ਅਨੁਵਾਦ ਕਰਨਾ ਸਿੱਖ ਰਿਹਾ ਹਾਂ। ਤਾਂ ਇੱਕ ਮੈਂ ਵਾਕ ਇੱਥੇ ਪੰਜਾਬੀ ਦਾ ਲਿਖਿਆ, ਇੱਧਰ ਉਹਦੀ ਹਿੰਦੀ ਬਣ ਗਈ ਕਿਉਂਕਿ ਹਿੰਦੀ ਵਾਲਾ ਬਟਨ ਪਹਿਲਾਂ ਹੀ ਔਨ ਸੀ। ਮੈਂ ਅਨੁਵਾਦ ਕਰਨਾ ਸਿੱਖ ਰਹਾ ਹੂੰ। ਜੇ ਤੁਸੀਂ ਇਹਨੂੰ ਇੰਗਲਿਸ਼ ਬਣਾਉਣਾ ਤਾਂ ਇੰਗਲਿਸ਼ ਦੇ ਉੱਤੇ ਕਲਿੱਕ ਕਰ ਦੇਣਾ, ਆਈ ਐਮ ਲਰਨਿੰਗ ਟੂ ਟਰਾਂਸਲੇਟ। ਇਸੇ ਤਰ੍ਹਾਂ ਜੇ ਕਿਸੇ ਹੋਰ ਭਾਸ਼ਾ ਦੇ ਵਿੱਚ ਇਹਨੂੰ ਟਰਾਂਸਲੇਟ ਕਰਨਾ ਹੈ ਤਾਂ ਇੱਥੇ ਜਾ ਕੇ ਤੁਸੀਂ ਉਸ ਭਾਸ਼ਾ ਦੇ ਵਿੱਚ ਵੀ ਇਹਨੂੰ ਜਿਹੜਾ ਹੈ ਟਰਾਂਸਲੇਟ ਕਰ ਸਕਦੇ ਹੋ। ਗੁਜਰਾਤੀ ਦੇ ਵਿੱਚ ਕਰ ਸਕਦੇ ਹੋ, ਦੇਖੋ ਕਿੰਨਾ ਵਧੀਆ ਲਿਖਿਆ ਹੋਇਆ ਗੁਜਰਾਤੀ ਦੇ ਵਿੱਚ ਆ ਰਿਹਾ। ਇਸੇ ਤਰ੍ਹਾਂ ਤੁਸੀਂ ਅਰੈਬਿਕ ਦੇ ਵਿੱਚ ਵੀ ਇਹਨੂੰ ਟਰਾਂਸਲੇਟ ਕਰ ਸਕਦੇ ਹੋ। ਫਿਲਹਾਲ ਦੁਨੀਆ ਦੀ ਹਰੇਕ ਵੱਡੀਆਂ ਭਾਸ਼ਾਵਾਂ ਦੇ ਵਿੱਚ ਤੁਸੀਂ ਟਰਾਂਸਲੇਸ਼ਨ ਕਰ ਸਕਦੇ ਹੋ। ਇਹ ਗੂਗਲ ਦਾ ਟਰਾਂਸਲੇਟਿੰਗ ਟੂਲ ਹੈ ਜਿਹੜੀ ਕਿ ਵੈਬਸਾਈਟ translate.google.com ਤੋਂ ਮਿਲਦਾ ਹੈ। ਸੋ ਇਹ ਸੀਗੀ ਵੈਬਸਾਈਟ ਜਿਹਦੇ ਰਾਹੀਂ ਅਸੀਂ ਔਨਲਾਈਨ ਅਨੁਵਾਦ ਕਰ ਸਕਦੇ ਹਾਂ, ਗੂਗਲ ਟਰਾਂਸਲੇਟਰ। ਹੁਣ ਪੰਜਾਬੀ ਦੇ ਵਿੱਚ ਗੂਗਲ ਸਰਚ ਕਿਵੇਂ ਕਰੀਏ, ਪੰਜਾਬੀ ਭਾਸ਼ਾ ਦੇ ਵਿੱਚ ਗੂਗਲ ਸਰਚ ਕਿਵੇਂ ਕਰੀਏ, ਮੈਨੂੰ ਨਹੀਂ ਲੱਗਦਾ ਕਿ ਇਹਦੇ ਬਾਰੇ
ਤੁਹਾਨੂੰ ਨਾ ਪਤਾ ਹੋਵੇ, ਕਿਉਂਕਿ ਅਸੀਂ ਹੁਣ ਤੱਕ ਆਹੀ ਚੀਜ਼ਾਂ ਕਰਦੇ ਆ ਰਹੇ ਹਾਂ ਕਿ ਯੂਨੀਕੋਡ ਦੇ ਵਿੱਚ ਜੇ ਟਾਈਪ ਕਰਾਂਗੇ ਤੇ ਅਸੀਂ ਗੂਗਲ ਸਰਚ ਵੀ ਕਰ ਸਕਦੇ ਹਾਂ। ਸੋ ਗੂਗਲ ਸਰਚ ਇੰਜਨ ਦੇ ਵਿੱਚ ਜੇ ਤੁਸੀਂ ਪੰਜਾਬੀ ਦਾ ਕੋਈ ਸ਼ਬਦ ਸਰਚ ਕਰਨਾ ਹੈ ਤੇ ਪਹਿਲਾਂ ਆਪਣਾ ਕੀਬੋਰਡ ਆਲਟ ਸ਼ਿਫਟ ਨਾਲ ਚੇਂਜ ਕਰ ਲੈਣਾ ਤੇ ਫਿਰ ਸਿੱਧਾ ਹੀ ਪੰਜਾਬੀ ਦੇ ਵਿੱਚ ਲਿਖਣਾ ਸ਼ੁਰੂ ਕਰ ਦੇਣਾ ਹੈ। ਅਸੀਂ ਜਿਵੇਂ ਲਿਖਦੇ ਹਾਂ ਕਿ ਕਿਸਾਨੀ ਪੰਜਾਬੀ ਫੌਂਟ ਲਿਆ, ਮੈਂ ਲਿਖਿਆ ਕਿਸਾਨੀ ਮੋਰਚਾ। ਕਿਸਾਨੀ ਮੋਰਚੇ ਬਾਰੇ ਕੋਈ ਖਬਰਾਂ ਮੈਂ ਪੜ੍ਹਨਾ ਚਾਹੁੰਦਾ ਤਾਂ ਮੈਂ ਯੂਨੀਕੋਡ ਦੇ ਟਾਈਪ ਕਰਾਂਗਾ, ਐਂਟਰ ਮਾਰਾਂਗਾ, ਤੁਹਾਡੇ ਕੋਲੇ ਦੇਖੋ ਬਹੁਤ ਸਾਰੀਆਂ ਵੀਡੀਓਜ਼ ਆ ਗਈਆਂ, ਬਹੁਤ ਸਾਰੇ ਇਹ ਆਰਟੀਕਲਸ ਆ ਗਏ। BBC ਦਾ ਜਿਹੜੀ BBC ਸਾਡੇ ਕੋਲ ਬੁਲੇਟਿਨ ਬੋਰਡ ਹੈ ਉਹਨਾਂ ਦੀ ਇਹ ਵੈਬਸਾਈਟ ਦੇ ਉੱਤੇ ਖਬਰ ਛਾਇਆ ਹੋਈ ਹੈ। ਇਸੇ ਤਰ੍ਹਾਂ ਪੰਜਾਬੀ ਮੀਡੀਆ ਪੰਜਾਬ ਦੀ ਖਬਰ ਹੈ, ਵਿਕੀਪੀਡੀਆ ਦੀ ਖਬਰ ਹੈ। ਸੋ ਅਲੱਗ-ਅਲੱਗ ਅਖਬਾਰਾਂ ਦੀਆਂ ਖਬਰਾਂ ਤੁਹਾਡੇ ਸਾਹਮਣੇ ਆ ਗਈਆਂ। ਸੋ ਇਸੇ ਤਰ੍ਹਾਂ ਹਿੰਦੀ ਦੇ ਵਿੱਚ ਵੀ ਟਾਈਪ ਕਰੋਗੇ ਤਾਂ ਸਿਰਫ ਹਿੰਦੀ ਦੇ ਪੇਜਾਂ ਦੇ ਵਿੱਚੋਂ ਗੂਗਲ ਲੱਭ ਕੇ ਲਿਆਊਗਾ, ਜੇ ਪੰਜਾਬੀ ਟਾਈਪ ਕਰੋ ਤਾਂ ਪੰਜਾਬੀ 'ਚ ਲੱਭ ਕੇ ਲਿਆਊਗਾ। ਸੋ ਇਹ ਸੀਗਾ ਕਿ ਪੰਜਾਬੀ ਦੇ ਵਿੱਚ ਗੂਗਲ ਸਰਚ ਕਿਵੇਂ ਕਰਨੀ ਹੈ। ਅੱਗੇ ਸਾਡੇ ਕੋਲ ਪੰਜਾਬੀ ਲਰਨਿੰਗ ਦੀਆਂ ਵੈਬਸਾਈਟਾਂ ਕਿਹੜੀਆਂ ਨੇ, ਯਾਨੀ ਕਿ ਤੁਸੀਂ ਪੰਜਾਬੀ ਸਿੱਖਣਾ ਚਾਹੁੰਦੇ ਹੋ, ਪੰਜਾਬੀ ਪੜ੍ਹਨਾ ਚਾਹੁੰਦੇ ਹੋ, ਛੋਟੇ ਬੱਚਿਆਂ ਦੇ ਲਈ ਕੋਈ ਪੰਜਾਬੀ ਦੀ ਵੈਬਸਾਈਟ ਲੱਭ ਕੇ ਉਹਨਾਂ ਨੂੰ ਉੱਥੋਂ ਪੰਜਾਬੀ ਪੜ੍ਹਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਜਿਹੜੀ ਪਹਿਲੀ ਵੈਬਸਾਈਟ ਜਿਹਦਾ ਮੈਂ ਨਾਂ ਲਵਾਂਗਾ ਉਹ ਹੈ learnpunjabi.org। ਤੁਹਾਨੂੰ ਮੈਂ ਦੱਸੀ ਸੀ ਪਹਿਲਾਂ, ਹੈ ਨਾ। ਉਹਦੇ ਅੱਗੇ ਲਾ ਦੇਣਾ ਹੈ, learnpunjabi.org। ਸੋ ਇਹ ਵੈਬਸਾਈਟ ਹੈ ਜਿਹਦੇ ਰਾਹੀਂ ਤੁਸੀਂ ਪੰਜਾਬੀ ਸਿੱਖ ਸਕਦੇ ਹੋ। ਐਂਟਰ ਮਾਰਿਆ। ਸੋ ਇਹ ਵੈਬਸਾਈਟ ਵੀ ਸਾਡੇ ਸੈਂਟਰ ਦੀ ਵੈਬਸਾਈਟ ਹੈ। ਕਿਸੇ ਕਾਰਨ ਕਰਕੇ ਲੱਗਦਾ ਹੈ ਕਿ ਇਹ ਸਾਨੂੰ ਇੱਥੇ ਜਵਾਬ ਦੇ ਰਹੀ ਹੈ, ਕੋਈ ਸਰਵਰ ਐਰਰ ਹੈ। learnpunjabi.org। ਸੋ ਇਹ ਚੱਲ ਜਾਏਗੀ, ਜਦੋਂ ਚੱਲ ਗਈ ਤੁਹਾਨੂੰ ਇਹਦਾ ਵੀ ਸੁਨੇਹਾ ਮੈਂ ਦੇ ਦਾਂਗਾ। ਤੋ learnpunjabi.org ਹੈ ਜਿਹੜੀ, ਇਸ ਵੈਬਸਾਈਟ ਦੇ ਉੱਤੇ ਅੰਗਰੇਜ਼ੀ ਮਾਧਿਅਮ ਦੇ ਰਾਹੀਂ ਤੁਸੀਂ ਪੰਜਾਬੀ ਸਿੱਖ ਸਕਦੇ ਹੋ। ਹਾਈ ਡੈਫੀਨੇਸ਼ਨ ਵਾਲੀਆਂ ਉੱਚ ਕੁਆਲਿਟੀ ਵਾਲੀਆਂ ਵੀਡੀਓਜ਼ ਨੇ ਇਹਦੇ ਵਿੱਚ। ਵੀਡੀਓਜ਼ ਦੇ ਨਾਲ ਸਾਡੇ ਕੋਲ ਸਮੱਗਰੀ ਕੰਟੈਂਟ ਵੀ ਦਿੱਤਾ ਹੋਇਆ ਹੈ, ਸਵਾਲ ਜਵਾਬ ਵੀ ਦਿੱਤੇ ਹੋਏ ਨੇ, ਵੋਕੈਬਲਰੀ ਵੀ ਦਿੱਤੀ ਹੋਈ ਹੈ। ਸੋ ਇਹ ਵੈਬਸਾਈਟ ਖਾਸ ਤੌਰ 'ਤੇ ਉਹਨਾਂ ਬੱਚਿਆਂ ਦੇ ਲਈ ਬਣਾਈ ਗਈ ਹੈ ਜਿਹੜੇ ਕਿ ਵਿਦੇਸ਼ਾਂ ਦੇ ਵਿੱਚ ਨੇ, ਜਿਹੜੇ ਕਿ ਪੰਜਾਬੀ ਜਿਹੜੇ ਸਾਡੇ ਬਾਹਰਲੇ ਦੇਸ਼ਾਂ ਦੇ ਵਿੱਚ ਗਏ ਨੇ, ਉਹਨਾਂ ਦੇ ਜਿਹੜੇ ਅੱਗੇ ਨਵੀਂ ਪੀੜ੍ਹੀ ਦੇ ਬੱਚੇ ਨੇ ਉਹਨਾਂ ਨੂੰ ਪੰਜਾਬੀ ਸਿਖਾਉਣ ਦੇ ਲਈ, ਅੰਗਰੇਜ਼ੀ ਮਾਧਿਅਮ ਦੇ ਰਾਹੀਂ ਪੰਜਾਬੀ ਸਿਖਾਉਣ ਦੇ ਲਈ ਇਹ ਵੈਬਸਾਈਟ ਬਣਾਈ ਗਈ ਹੈ elearnpunjabi.com। ਸੋ ਇਸੇ ਤਰ੍ਹਾਂ ਹੋਰ ਵੀ ਵੈਬਸਾਈਟਾਂ ਨੇ। ਅਗਲੀ ਵੈਬਸਾਈਟ ਹੈ ma.com। ਸ਼ਾਇਦ ਇਹਦਾ ਐਡਰੈਸ ਮੈਂ ਗਲਤ ਲਿਖ ਰਿਹਾ ਹੋਵਾਂ, ਮੈਂ ਗੂਗਲ ਹੀ ਕਰ ਲੈਂਦਾ, ਇਹਦੇ ਨਾਲੋਂ ਵਧੀਆ ਇਹੀ ਹੈ। ਕੁਛ ਵੈਬਸਾਈਟਾਂ ਸਮੇਂ 'ਤੇ ਬਦਲਦੀਆਂ ਰਹਿੰਦੀਆਂ ਨੇ। ਇੱਥੇ ਅਸੀਂ ਲਿਖ ਲੈਂਦੇ ਹਾਂ ਪੰਜਾਬੀ ਲਰਨਿੰਗ। ਸੋ ਪੰਜਾਬੀ ਲਰਨਿੰਗ ਟਾਈਪ ਕੀਤਾ ਤਾਂ ਸਾਡੇ ਕੋਲ ਵੈਬਸਾਈਟਾਂ ਆ ਗਈਆਂ ਜਿਨ੍ਹਾਂ ਤੋਂ ਅਸੀਂ ਪੰਜਾਬੀ ਦੇ ਵਿੱਚ ਲਰਨ ਕਰ ਸਕਦੇ ਹਾਂ। ਪਹਿਲੀ ਵੈਬਸਾਈਟ ਸਾਡੇ ਕੋਲ ਉਹੀ ਹੈ learnpunjabi.com, ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀ, ਜਿਹੜੀ ਉੱਥੇ ਬੰਦ ਦਿਖਾ ਰਿਹਾ ਸੀ। ਇਹਨੂੰ ਦੁਬਾਰਾ ਆਪਾਂ ਜਿਹੜਾ ਓਪਨ ਕਰਕੇ ਦੇਖਦੇ ਹਾਂ ਨਿਊ ਟੈਬ ਦੇ ਉੱਤੇ। ਸੋ ਨਵੇਂ ਟੈਬ ਦੇ ਵਿੱਚ ਇਹ ਵੈਬਸਾਈਟ ਖੁੱਲ੍ਹ ਗਈ ਹੈ। ਸੋ ਉਸ ਟਾਈਮ ਟੈਂਪਰੇਰੀ ਐਰਰ ਸੀ, ਨਹੀਂ ਖੁੱਲ੍ਹੀ ਸੀ। ਤਾਂ ਇਹ ਵੈਬਸਾਈਟ elearnpunjabi.org ਤੁਸੀਂ ਚੇਤਾ ਰੱਖ ਲੈਣੀ ਹੈ। ਇਸ ਵੈਬਸਾਈਟ ਦੀ ਇਹ ਪ੍ਰੋਮੋ ਹੈ, ਬਹੁਤ ਹੀ ਖੂਬਸੂਰਤ ਵੈਬਸਾਈਟ ਹੈ ਜਿਹਦੇ ਰਾਹੀਂ ਤੁਸੀਂ ਹੈਲੋ, ਸਤਿ ਸ਼੍ਰੀ ਅਕਾਲ, ਵੈਲਕਮ ਟੂ elearnpunjabi.com, an online course for Punjabi teaching. Well, some of you might be thinking now that why should I learn Punjabi? Do you have Punjabi? ਸੋ ਇਸ ਤਰੀਕੇ ਦੇ ਨਾਲ ਤੁਹਾਡੇ ਕੋਲੇ ਬਹੁਤ ਸਾਰੇ ਇੱਥੇ ਚੈਪਟਰਸ ਨੇ, ਬਹੁਤ ਸਾਰੀਆਂ ਵੀਡੀਓਜ਼ ਨੇ ਜਿਨ੍ਹਾਂ ਦੀ ਹੈਲਪ ਨਾਲ ਤੁਸੀਂ ਵੀਡੀਓ ਦੇਖ ਕੇ ਪੰਜਾਬੀ ਸਿੱਖ ਸਕਦੇ ਹੋ, ਲੈਸਨ ਵੀ ਪੜ੍ਹ ਸਕਦੇ ਹੋ, ਐਗਜ਼ਾਮਪਲਸ ਵੀ ਦੇਖ ਸਕਦੇ ਹੋ, ਉਹਦੀ ਸ਼ਬਦਾਵਲੀ ਵੀ ਡਾਊਨਲੋਡ ਕਰ ਸਕਦੇ ਹੋ। ਸੋ ਇਹ ਪਹਿਲੀ ਵੈਬਸਾਈਟ ਸੀਗੀ। ਅਗਲੀ ਵੈਬਸਾਈਟ ਪੰਜਾਬੀ ਸਿੱਖਣ ਦੇ ਲਈ ਇੱਥੇ ਗੂਗਲ ਜਿਹੜਾ ਸਾਨੂੰ ਸੁਜੈਸਟ ਕਰ ਰਿਹਾ ਹੈ, ਉਹਦਾ ਜਿਹੜਾ ਨਾਮ ਹੈ ਉਹ ਆਪਾਂ ਦੇਖਦੇ ਹਾਂ। ਉਹ ਹੈ ilanguage.org। ਜਿਹੜੇ ਮੈਂ ਤੁਹਾਨੂੰ ਨੋਟਸ ਭੇਜਾਂਗਾ ਉਹਦੇ ਵਿੱਚ ਹੋਰ ਬਹੁਤ ਸਾਰੀਆਂ ਮਹੱਤਵਪੂਰਨ ਵੈਬਸਾਈਟਾਂ ਲਿਖੀਆਂ ਹੋਣਗੀਆਂ। ਵਿਕੀ ਹਾਓ ਵੀ ਇੱਕ ਵੈਬਸਾਈਟ ਹੈ। ਫਿਲਹਾਲ ਮੈਨੂੰ ਇੱਕ ਵੈਬਸਾਈਟ ਯਾਦ ਆ ਗਈ, ਪੰਜ ਤੁਸੀਂ 5 ਪਾਉਣਾ ਰੋਮਨ ਵਾਲਾ, punjabi.com, punjabi।
ਇਹ punjabi.com ਵੀ ਸਾਡੇ ਕੋਲ ਪੰਜਾਬੀ ਸਿੱਖਣ ਲਈ ਇੱਕ ਵੈਬਸਾਈਟ ਹੈ। ਇਸੇ ਤਰ੍ਹਾਂ ਤੁਸੀਂ maan.com ਵੈਬਸਾਈਟ ਦਾ ਵੀ ਇਸਤੇਮਾਲ ਕਰ ਸਕਦੇ ਹੋ। ਸੋ ਇਹ ਕੁਝ ਵੈਬਸਾਈਟਾਂ ਨੇ ਜਿਨ੍ਹਾਂ ਦੇ ਰਾਹੀਂ ਅਸੀਂ ਮਾਤ ਭਾਸ਼ਾ ਪੰਜਾਬੀ ਨੂੰ ਸਿੱਖ ਸਕਦੇ ਹਾਂ। ਇਹ ਸੀ ਸਾਡੇ ਕੋਲ punjab.com। ਸੋ ਅਗਲਾ ਸਾਡੇ ਕੋਲ ਟੌਪਿਕ ਸੈਕਿੰਡ ਲਾਸਟ ਹੈ ਈ ਬੁੱਕਸ। ਤੁਸੀਂ ਕੋਈ ਈ ਬੁੱਕਸ ਡਾਊਨਲੋਡ ਕਰਨੀਆਂ ਹੋਣ ਤਾਂ ਕਿੱਥੋਂ ਡਾਊਨਲੋਡ ਕਰ ਸਕਦੇ ਹੋ? ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਈ ਬੁੱਕਸ ਅਤੇ ਜਿਹੜੀਆਂ ਆਪਣੀਆਂ ਰਵਾਇਤੀ ਬੁੱਕਸ ਨੇ ਦੋਨਾਂ ਦੇ ਵਿੱਚ ਕੀ ਫ਼ਰਕ ਹੈ। ਜਿਹੜੀਆਂ ਟਰਡੀਸ਼ਨਲ ਰਵਾਇਤੀ ਬੁੱਕਸ ਨੇ ਉਹ ਪ੍ਰਿੰਟ ਫਾਰਮ ਦੇ ਵਿੱਚ ਹੁੰਦੀਆਂ ਨੇ, ਹਾਰਡ ਕਾਪੀ ਰੂਪ ਦੇ ਵਿੱਚ ਹੁੰਦੀਆਂ ਨੇ, ਜਿਹੜੀਆਂ ਕਿ ਪ੍ਰਿੰਟਿੰਗ ਪ੍ਰੈਸ ਵੱਲੋਂ ਛਾਪੀਆਂ ਜਾਂਦੀਆਂ ਨੇ ਅਤੇ ਅਸੀਂ ਉਹਨਾਂ ਨੂੰ ਖਰੀਦ ਕੇ ਪੜ੍ਹਦੇ ਹਾਂ ਔਰ ਹੁਣ ਤੱਕ ਆਪਾਂ ਇਸ ਤਰੀਕੇ ਰਾਹੀਂ ਹੀ ਪੜ੍ਹਦੇ ਆ ਰਹੇ ਹਾਂ। ਪਰ ਹੁਣ ਜਿਹੜਾ ਹੈ ਈ ਬੁੱਕਸ ਦਾ ਪ੍ਰਚਲਨ ਬਹੁਤ ਵੱਧ ਗਿਆ ਹੈ। ਖਾਸ ਤੌਰ 'ਤੇ ਜਦੋਂ ਦਾ ਸਾਡੇ ਕੋਲ COVID-19 ਦਾ ਦੌਰ ਆਇਆ ਉਦੋਂ ਦਾ ਅਸੀਂ ਚੀਜ਼ਾਂ ਨੂੰ ਫਿਜ਼ੀਕਲੀ ਟੱਚ ਕਰਨ ਦੀ ਬਜਾਏ ਅਸੀਂ ਉਹਨਾਂ ਨੂੰ ਸਕਰੀਨ ਦੇ ਉੱਤੇ ਜਾਂ ਵਰਚੁਅਲ ਮਾਧਿਅਮ ਦੇ ਰਾਹੀਂ, ਡਿਜੀਟਲ ਮਾਧਿਅਮ ਦੇ ਰਾਹੀਂ ਪੜ੍ਹਨਾ ਪਸੰਦ ਕਰਦੇ ਹਾਂ। ਸੋ ਜਿਹੜੇ ਲੋਕ ਕਿਤਾਬਾਂ ਨੂੰ ਸਕਰੀਨ ਦੇ ਉੱਤੇ ਪੜ੍ਹਨਾ ਚਾਹੁੰਦੇ ਨੇ, ਲੰਬੀ ਸੀਟਿੰਗ ਲਗਾਉਂਦੇ ਨੇ, ਉਹਨਾਂ ਨੂੰ ਮੈਂ ਹਦਾਇਤ ਕਰਾਂਗਾ ਕਿ ਉਹ ਮੋਬਾਈਲ ਦੀ ਬਜਾਏ ਜਾਂ ਤਾਂ ਟੈਬਲੇਟ ਯੂਜ਼ ਕਰਨ ਜਾਂ ਫਿਰ ਸਾਡੇ ਕੋਲ ਬੁੱਕ ਰੀਡਰ ਕਿੰਡਲ ਬੁੱਕ ਰੀਡਰ ਜਿਹੜਾ ਐਮਾਜ਼ੋਨ ਦਾ ਹੈ ਉਹ ਵਰਤ ਲੈਣਾ ਚਾਹੀਦਾ ਹੈ। ਔਰ ਉਹਦੇ ਵਿੱਚ ਬਹੁਤ ਸਾਰੀਆਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਤਾਬਾਂ ਤੁਹਾਨੂੰ ਫ੍ਰੀ ਦੇ ਵਿੱਚ ਵੀ ਮਿਲ ਜਾਂਦੀਆਂ ਨੇ। ਫਿਲਹਾਲ ਤੁਸੀਂ ਆਪਣੇ ਕੰਪਿਊਟਰ ਜਾਂ ਸਮਾਰਟਫੋਨ ਦੇ ਵਿੱਚ ਫ੍ਰੀ ਕਿਤਾਬਾਂ ਲੱਭਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਕਈ ਸਰੋਤ ਹੋ ਸਕਦੇ ਨੇ। ਪਹਿਲਾਂ ਤਾਂ ਇਹੀ ਮੈਂ ਦੱਸਾਂਗਾ ਤੁਹਾਨੂੰ ਕਿ learnpunjabi.org ਜਿਹੜੀ ਵੈਬਸਾਈਟ ਸੀ ਉਹਦੇ ਵਿੱਚ ਬਿਲਕੁਲ ਲਾਸਟ 'ਤੇ ਤੁਸੀਂ ਚਲੇ ਜਾਓਗੇ ਤਾਂ ਇੱਥੇ ਵੀ ਸਾਡੇ ਕੋਲ ਈ ਬੁੱਕਸ ਕੁਝ ਸਾਡੇ ਕੋਲ ਹੈਗੀਆਂ ਨੇ। ਇਹ ਮੈਂ ਤੁਹਾਡੇ 'ਤੇ ਛੱਡ ਦਿੰਦਾ, ਇਸ ਪੂਰੇ ਪੇਜ ਦੇ ਵਿੱਚ ਈ ਬੁੱਕਸ ਵਾਲਾ ਇੱਕ ਲਿੰਕ ਹੈ, ਉੱਥੇ ਜਾ ਕੇ ਈ ਬੁੱਕਸ ਤੁਸੀਂ ਡਾਊਨਲੋਡ ਕਰ ਸਕਦੇ ਹੋ। ਮਸਲਨ ਬਹੁਤ ਸਾਰੀਆਂ ਧਾਰਮਿਕ ਅਤੇ ਪੁਰਾਣੀਆਂ ਕਿਤਾਬਾਂ ਵੀ ਨੇ, ਜਿਵੇਂ ਕਿ ਜਨਮ ਸਾਖੀ ਹੈ, ਬਾਬੇ ਨਾਨਕ ਦੀ ਜਨਮ ਸਾਖੀਆਂ ਨੇ, ਉਹਨਾਂ ਨੂੰ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ। ਹੋਰ ਪੰਜਾਬੀ ਦੇ ਵਿਆਕਰਨ ਦੇ ਨਾਲ ਕੁਝ ਕਿਤਾਬਾਂ ਵੀ ਇਸ ਵੈਬਸਾਈਟ ਤੋਂ ਤੁਸੀਂ ਈ ਬੁੱਕ ਦੇ ਰੂਪ ਦੇ ਵਿੱਚ, ਯਾਨੀ ਕਿ PDF ਫਾਰਮ ਦੇ ਵਿੱਚ ਤੁਸੀਂ ਡਾਊਨਲੋਡ ਕਰ ਸਕਦੇ ਹੋ। ਫਿਲਹਾਲ ਜਿਹੜੀ PDF ਫਾਈਲ ਹੁੰਦੀ ਹੈ ਉਹਨੂੰ ਅਸੀਂ ਈ ਬੁੱਕ ਨਹੀਂ ਕਹਿ ਸਕਦੇ, ਪਰ ਪੰਜਾਬੀਆਂ ਦੇ ਵਿੱਚ ਇਹ ਪ੍ਰਚਲਿਤ ਹੋ ਗਿਆ ਹੈ ਕਿ PDF ਦਾ ਮਤਲਬ ਈ ਬੁੱਕ ਜਾਂ ਈ ਕੰਟੈਂਟ। ਈ ਬੁੱਕ ਅਤੇ PDF ਦੇ ਵਿੱਚ ਫ਼ਰਕ ਜਿਹੜਾ ਹੈ ਮੈਂ ਸਮਝਾ ਰਿਹਾ, ਇਸ ਨੂੰ ਸਮਝ ਲਓ। ਈ ਬੁੱਕ ਦੇ ਵਿੱਚ ਵੀਡੀਓ ਵੀ ਹੋ ਸਕਦੀ ਹੈ। ਈ ਬੁੱਕ ਦੇ ਵਿੱਚ ਵੀਡੀਓ ਦੇ ਨਾਲ ਆਡੀਓ ਲੈਕਚਰ ਵੀ ਹੁੰਦਾ ਹੈ। ਈ ਬੁੱਕ ਦੇ ਵਿੱਚ ਵੀਡੀਓ ਦੇ ਨਾਲ ਲਿਖਤੀ ਰੂਪ ਦੇ ਵਿੱਚ ਪੂਰਾ ਦੇ ਪੂਰਾ ਜਿਹੜਾ ਉਹ ਲੈਸਨ ਵੀ ਹੁੰਦਾ ਹੈ। ਈ ਬੁੱਕ ਦੇ ਵਿੱਚ ਥੱਲੇ ਸਵਾਲ ਵੀ ਦਿੱਤੇ ਹੁੰਦੇ ਨੇ। ਈ ਬੁੱਕ ਦੇ ਵਿੱਚ ਹੋਰ ਅਭਿਆਸ ਵਾਸਤੇ ਸਵਾਲ ਵੀ ਦਿੱਤੇ ਹੁੰਦੇ ਨੇ। ਸੋ ਪੂਰਾ ਜਿਹੜਾ ਪੈਕੇਜ ਹੁੰਦਾ ਹੈ ਉਹਨੂੰ ਅਸੀਂ ਈ ਬੁੱਕ ਕਹਿੰਦੇ ਹਾਂ, ਪਰ ਇਕੱਲਾ ਉਹਦੇ 'ਚ PDF ਦੇ ਦੇਣੀ ਉਹਨੂੰ ਅਸੀਂ ਸੰਪੂਰਨ ਜਿਹੜੀ ਹੈ ਈ ਬੁੱਕ ਨਹੀਂ ਕਵਾਂਗੇ। ਸੋ ਈ ਬੁੱਕ ਦੇ ਲਈ ਕੁਝ ਹੋਰ ਵੈਬਸਾਈਟਾਂ ਵੀ ਨੇ, ਤੁਸੀਂ ਆਪ ਵੀ ਕੁਝ ਲੱਭਣੀਆਂ ਨੇ, ਸ਼ੇਅਰ ਕਰਨੀਆਂ ਨੇ। ਸੋਮਵਾਰ ਨੂੰ ਹੋ ਸਕਦਾ ਅਸੀਂ ਜਿਹੜਾ ਹੈ ਥੋੜ੍ਹਾ ਜਿਹਾ ਸੈਸ਼ਨ ਜਿਹੜਾ ਹੈ ਉਹ ਪੰਜਾਬੀ ਦੇ ਜਿਹੜੇ ਰਿਸੋਰਸਿਸ ਇੰਟਰਨੈਟ ਦੇ ਉੱਤੇ ਨੇ ਉਹਨਾਂ ਦੀ ਜਿਹੜੀ ਹੈ ਰਿਸੋਰਸਿਸ ਨੂੰ ਇੱਕ ਦੂਜੇ ਨਾਲ ਸ਼ੇਅਰ ਕਰਨ ਦੇ ਲਈ ਹੋ ਸਕਦਾ ਕਿ WhatsApp ਚੈਟ ਵੀ ਅਸੀਂ ਉਸ ਦਿਨ ਸ਼ੁਰੂ ਕਰੀਏ। ਲਾਸਟ ਟੌਪਿਕ ਹੈ ਅੱਜ ਦਾ ਜੀ ਈ ਲਾਇਬ੍ਰੇਰੀਆਂ, ਯਾਨੀ ਕਿ ਇਲੈਕਟ੍ਰੋਨਿਕ ਲਾਇਬ੍ਰੇਰੀਜ਼। ਹੁਣ ਜਿਹੜੀਆਂ ਆਮ ਲਾਇਬ੍ਰੇਰੀਆਂ ਜਿਨ੍ਹਾਂ ਦੇ ਵਿੱਚ ਅਸੀਂ ਜਾ ਕੇ ਕਿਤਾਬਾਂ ਇਸ਼ੂ ਕਰਵਾਉਂਦੇ ਹਾਂ, ਅਲਮਾਰੀਆਂ ਲੱਭਦੇ ਹਾਂ, ਫਿਰ ਰੈਕ ਲੱਭਦੇ ਹਾਂ, ਫਿਰ ਕਿਤਾਬਾਂ ਲੱਭਦੇ ਹਾਂ, ਫਿਰ ਅਸੀਂ ਉਹਨਾਂ ਦੀ ਇੰਡੈਕਸਿੰਗ ਕੀਤੀ ਹੋਈ ਦੇਖਦੇ ਹਾਂ ਔਰ ਕਿਤਾਬਾਂ ਲੱਭ ਕੇ ਪੜ੍ਹਦੇ ਹਾਂ, ਇਸ਼ੂ ਕਰਾਉਂਦੇ ਹਾਂ, ਫਿਰ ਦੁਬਾਰਾ ਅਸੀਂ ਸਬਮਿਟ ਕਰਦੇ ਹਾਂ। ਉਸ ਲਾਇਬ੍ਰੇਰੀ ਤੋਂ ਹਟ ਕੇ ਈ ਲਾਇਬ੍ਰੇਰੀ ਉਹ ਲਾਇਬ੍ਰੇਰੀ ਹੈ ਜਿਹੜੀ ਇੰਟਰਨੈਟ ਦੇ ਉੱਤੇ, ਵੈਬਸਾਈਟ ਦੇ ਉੱਤੇ ਉਪਲਬਧ ਹੁੰਦੀ ਹੈ, ਜਿਹਦੇ ਵਿੱਚੋਂ ਅਸੀਂ ਕੋਈ ਜਿਹੜੀ ਹੈ ਲਾਇਬ੍ਰੇਰੀ ਦੇ ਵਿੱਚ ਜਾ ਕੇ ਪਹਿਲਾਂ ਤਾਂ ਅਸੀਂ ਰਜਿਸਟ੍ਰੇਸ਼ਨ ਕਰਵਾਉਂਦੇ ਹਾਂ, ਯਾਨੀ ਕਿ ਉਹਨੂੰ ਜਿਹੜਾ ਹੈ ਲੌਗਇਨ ਹੋ ਕੇ ਅੰਦਰ ਜਾਂਦੇ ਹਾਂ। ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਕਈ ਜਿਹੜੀਆਂ ਈ ਲਾਇਬ੍ਰੇਰੀਜ਼ ਨੇ ਫ੍ਰੀ ਦੇ ਵਿੱਚ ਰਜਿਸਟ੍ਰੇਸ਼ਨ ਕਰਦੀਆਂ ਨੇ, ਕਈ ਪੈਸੇ ਲੈ ਕੇ ਕਰਦੀਆਂ ਨੇ। ਸੋ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਸਾਡੇ ਕੋਲ ਇੱਕ ਪਾਵਰ ਆ ਜਾਂਦੀ ਹੈ ਕੁਝ ਕਿਤਾਬਾਂ ਜਾਂ ਸਾਰੀਆਂ ਕਿਤਾਬਾਂ ਨੂੰ ਡਾਊਨਲੋਡ ਕਰਕੇ ਪੜ੍ਹਨ ਦੀ। ਈ ਲਾਇਬ੍ਰੇਰੀਜ਼ ਦੇ ਵਿੱਚ ਕਈ ਕਿਤਾਬਾਂ ਤੁਹਾਨੂੰ ਐਸੀਆਂ ਵੀ ਮਿਲਦੀਆਂ ਨੇ ਜਿਨ੍ਹਾਂ ਨੂੰ ਤੁਸੀਂ ਡਾਊਨਲੋਡ ਨਹੀਂ ਕਰ ਸਕਦੇ, ਉਹ ਇੱਕ ਸਕਰੀਨ ਦੇ ਵਿੱਚ ਇੱਕ ਪੰਨਾ ਕਰਕੇ ਖੁੱਲ੍ਹਦੀਆਂ ਜਾਂਦੀਆਂ ਨੇ ਅਤੇ ਉਹਨਾਂ ਲਾਇਬ੍ਰੇਰੀਜ਼ ਦੀ ਹੈਲਪ ਨਾਲ ਤੁਸੀਂ ਆਪਣੇ ਪੈਸਿਆਂ ਦੀ ਬੱਚਤ ਵੀ ਕਰ ਸਕਦੇ ਹੋ ਔਰ ਘਰੇ ਬੈਠੇ ਬਿਠਾਏ
ਦੁਨੀਆ ਦੀਆਂ ਰੇਅਰ ਬੁੱਕਸ ਜਿਹੜੀਆਂ ਨੇ, ਸ਼ਾਹਕਾਰ ਰਚਨਾਵਾਂ ਨੇ ਜਿਹੜੀਆਂ, ਉਹਨਾਂ ਨੂੰ ਵੀ ਤੁਸੀਂ ਘਰੇ ਬੈਠੇ ਹੋਇਆ ਪੜ੍ਹ ਸਕਦੇ ਹੋ। ਸੋ ਈ ਲਾਇਬ੍ਰੇਰੀਜ਼ ਦੇ ਬਹੁਤ ਸਾਰੇ ਕਨਸੈਪਟ ਨੇ, ਬਹੁਤ ਸਾਰੇ ਉਹਦੇ ਲਿੰਕਸ ਨੇ। ਸੋ ਜਿਵੇਂ ਈ ਲਾਇਬ੍ਰੇਰੀ ਕਰਕੇ ਗੂਗਲ ਕਰੋਗੇ ਤੁਹਾਨੂੰ ਇਹ ਵੀ ਮਿਲ ਜਾਣਗੇ। ਫਿਲਹਾਲ ਪੰਜਾਬੀ ਦੀ ਜਿਹੜੀਆਂ ਈ ਲਾਇਬ੍ਰੇਰੀਜ਼ ਨੇ ਉਹਦੇ ਬਾਰੇ ਤੁਹਾਨੂੰ ਮੈਂ ਜਿਹੜੇ ਨੋਟਸ ਦੇ ਵਿੱਚ ਜਿਹੜਾ ਹੈ ਪਾ ਕੇ ਰਿਸੋਰਸਿਸ ਸਾਰੇ ਭੇਜਾਂਗਾ। ਸੋ ਇਹ ਸੀਗਾ ਅੱਜ ਦਾ ਵਿਸ਼ਾ ਜਿਹਦੇ ਉੱਤੇ ਅਸੀਂ ਚਰਚਾ ਕੀਤੀ ਹੈ। ਉਹ ਵਿਸ਼ਾ ਸੀਗਾ ਪੰਜਾਬੀ ਦੇ ਇੰਟਰਨੈਟ ਦੇ ਸਰੋਤ, ਯਾਨੀ ਕਿ ਇੰਟਰਨੈਟ ਦੇ ਉੱਤੇ ਪੰਜਾਬੀ ਦੀਆਂ ਕਿਹੜੀਆਂ ਵੈਬਸਾਈਟਾਂ ਨੇ, ਉਹਨਾਂ ਦੇ ਬਾਰੇ ਅਸੀਂ ਬੜੇ ਵਿਸਥਾਰ ਦੇ ਨਾਲ ਅੱਜ ਅਸੀਂ ਜਾਣਿਆ। ਅਤੇ ਤੁਸੀਂ ਦੇਖਿਆ ਕਿ ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਔਨਲਾਈਨ ਕੋਰਸ ਦੇਖਿਆ, ਪੰਜਾਬੀਪੀਡੀਆ, ਵਿਕੀਪੀਡੀਆ, ਗੁਰਬਾਣੀ ਸਰਚ ਇੰਜਨ, ਵਰਡਨੈਟ, ਸਪੈਲ ਚੈਕਰ, ਅਨੁਵਾਦ, ਗੂਗਲ ਟਾਈਪਿੰਗ ਟੂਲ ਯਾਨੀ ਕਿ ਗੂਗਲ ਟਰਾਂਸਲੇਟਰ, ਪੰਜਾਬੀ ਦੇ ਵਿੱਚ ਗੂਗਲ ਸਰਚ ਕਰਨਾ, ਅਧਿਐਨ ਅਧਿਆਪਨ ਯਾਨੀ ਕਿ ਲਰਨਿੰਗ, ਪੰਜਾਬੀ ਲਰਨਿੰਗ ਦੀਆਂ ਵੈਬਸਾਈਟਾਂ, ਈ ਪੁਸਤਕਾਂ ਅਤੇ ਈ ਲਾਇਬ੍ਰੇਰੀਆਂ ਬਾਰੇ ਪੜ੍ਹਿਆ। ਤੋ ਥਿਓਰੈਟੀਕਲ ਪੋਰਸ਼ਨ ਹੈ, ਇਹਦੇ 'ਚ ਕਨਸੈਪਟ ਵੀ ਕਲੀਅਰ ਹੋਣਾ ਚਾਹੀਦਾ ਹੈ ਕਿ ਈ ਲਾਇਬ੍ਰੇਰੀ ਹੈ ਕੀ ਚੀਜ਼, ਅਤੇ ਫਿਰ ਉਸ ਲਾਇਬ੍ਰੇਰੀ ਦੇ ਬਾਰੇ ਸਾਨੂੰ ਜਿਹੜਾ ਹੈ ਉਹਦਾ ਲਿੰਕ ਵੀ ਪਤਾ ਹੋਣਾ ਚਾਹੀਦਾ ਹੈ। ਜਗਮੋਹਨ ਜਟਾਣਾ ਜੀ ਨੇ ਦੱਸਿਆ ਕਿ ਬਹੁਤ ਰੋਚਕ ਅਤੇ ਦਿਲਚਸਪ ਸੀ ਜਿਹੜਾ ਅੱਜ ਦਾ ਸੈਸ਼ਨ। ਬਹੁਤ ਬਹੁਤ ਮਿਹਰਬਾਨੀ। ਸੋ ਅੱਜ ਦੇ ਇਸ ਲੈਕਚਰ ਦੇ ਵਿੱਚ ਇੱਕ ਚੀਜ਼ ਮੈਂ ਭੁੱਲ ਗਿਆ ਜਿਹੜੀ ਕਿ ਵਿੱਚੋਂ ਸਕਿਪ ਹੋ ਗਈ ਹੈ। ਇਹਦੇ 'ਚ ਸੀਗਾ ਟਾਈਪਿੰਗ ਟੂਲ, ਯਾਨੀ ਕਿ ਟਾਈਪ ਕਰਕੇ ਕਿਸੇ ਵੀ ਲੈਂਗੁਏਜ ਦੇ ਵਿੱਚ ਔਨਲਾਈਨ ਤੁਸੀਂ ਕਿਵੇਂ ਟਾਈਪ ਕਰ ਸਕਦੇ ਹੋ। ਫਿਲਹਾਲ ਪਹਿਲਾਂ ਤੁਹਾਨੂੰ ਦੱਸ ਵੀ ਚੁੱਕਿਆ, ਫਿਰ ਵੀ ਮੈਂ ਇੱਥੇ ਚੈਟ ਬਾਕਸ ਦੇ ਵਿੱਚ ਵੀ ਸ਼ੇਅਰ ਕਰ ਰਿਹਾ, ਸਾਂਝਾ ਕਰ ਰਿਹਾ। ਉਹਦੇ ਲਈ ਤੁਹਾਨੂੰ ਜਿਹੜੀ ਵੈਬਸਾਈਟ ਹੈ ਉਹਦੇ ਉੱਤੇ ਜਾਣਾ ਪਊਗਾ। ਵੈਬਸਾਈਟ ਦਾ ਨਾਮ ਥੋੜ੍ਹਾ ਜਿਹਾ ਲੰਬਾ ਹੈ, ਚੇਤੇ ਜ਼ਰੂਰ ਕਰ ਲੈਣਾ ਹੈ। google.com/input tools, ਫਿਰ ਸਾਡੇ ਕੋਲ ਹੈ ਜੀ input tools.try। ਸੋ ਇਹ ਵੈਬਸਾਈਟ ਹੈ ਜਿਹੜੀ, ਇਸ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਰੋਮਨਾਈਜ਼ਡ ਤਰੀਕੇ ਦੇ ਨਾਲ ਕਿਸੇ ਵੀ ਭਾਸ਼ਾ ਦੇ ਵਿੱਚ ਟਾਈਪ ਕਰ ਸਕਦੇ ਹੋ। ਸੋ ਇਹ ਵੈਬਸਾਈਟ ਦੇ ਉੱਤੇ ਜਾ ਕੇ ਤੁਸੀਂ ਪੰਜਾਬੀ, ਹਿੰਦੀ, ਕੰਨੜ, ਤੇਲਗੂ ਕਿਸੇ ਵੀ ਭਾਸ਼ਾ ਦੇ ਉੱਤੇ ਟਾਈਪ ਕਰਨ ਦਾ ਅਭਿਆਸ ਕਰ ਲੈਣਾ। ਲੋ ਅੱਜ ਦਾ ਲੈਕਚਰ ਇੱਥੇ ਸਮਾਪਤ ਹੁੰਦਾ ਹੈ।